पंजाब की खेती खतरे च है। पंजाब की खेती का खुराक के नालों रिश्ता टुट गया। किहड़ी पोलीटिकल पार्टी है जिहड़ी ऑर्गेनिक फार्मिंग बोर्ड बनाएगी पंजाब दे विच? सब्जियां नूं टोटली असीं ऑर्गेनिक करांगे क्योंकि सब तो ज़्यादा पैसटीसाइड सब्जियां ते वरतिया जांदा। ਇਹ ਸ਼ਾਰਟਕਟ ਮਾਰਨ ਦੀ ਪ੍ਰਵਿਰਤੀ ਜਿਹੜੀ ਸਰਕਾਰਾਂ ਦੀ ਹੈ ਨਾ, ਇਹ ਮਾੜੀ ਹੈ। ਉੱਥੇ ਪ੍ਰਾਪਰਟੀ ਡੀਲਿੰਗ ਸ਼ੁਰੂ ਕਰ ਲੈਂਦੇ ਆ ਤੇ ਉੱਥੇ ਕੰਮ ਖਰਾਬ ਹੋ ਜਾਂਦਾ ਹੈ। एक तो नदियां नूं तो आपां सीवर बनाता कि वो सारा कुछ ढोणगियां। एजुकेशन च तां उहिओ लॉर्ड मैकाले दा भूत लटकिया होया उल्टा। अगर लॉर्ड मैकाले दा भूत किते अगर प्रेत हैगा तो प्रेत पाया जाता हिंदुस्तान की यूनीवर्सिटियां दे विच, उत्थे प्रेत लटकिया होया, उत्थों तो बाहर नहीं कढ़िया उन्होंने। ਚੈਨਲਾਂ ਦੀਆਂ ਸੁਰਖੀਆਂ ਕਹਿ ਰਹੀਆਂ ਨੇ ਕਿ ਚੁਣਾਵੀ ਬੁਖਾਰ ਆ ਗਿਆ, ਪਰ ਉਸ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਕਿ ਪੰਜਾਬ ਦੇ ਬੁਖਾਰ ਦਾ ਇਲਾਜ ਕਿੱਥੇ ਹੋਵੇਗਾ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਵਾਤਾਵਰਣ ਦਾ ਮੁੱਦਾ ਹੈ ਉਸ ਦੇ ਬਾਰੇ ਕੀ ਸਰਕਾਰਾਂ ਸੋਚ ਰਹੀਆਂ ਨੇ, ਇਸੇ ਨੂੰ ਲੈ ਕੇ ਅੱਜ ਇੱਕ ਚਿੰਤਨ ਕੀਤਾ ਜਾ ਰਿਹਾ ਹੈ। ਇਸ ਚਿੰਤਨ ਬਾਰੇ ਤੁਹਾਨੂੰ ਇੱਕ ਤਸਵੀਰ ਵਿਖਾਵਾਂਗਾ। ਉਹ ਤਸਵੀਰ ਦੇ ਲਈ ਮੇਰੇ ਨਾਲ ਜਸਕੀਰਤ ਸਿੰਘ ਨੇ, ਮੇਰੇ ਨਾਲ ਉਮਿੰਦਰ ਦੱਤ ਸਾਹਿਬ ਨੇ, ਮੇਰੇ ਨਾਲ ਗੁਰਪ੍ਰੀਤ ਸਿੰਘ ਚੰਦਬਾਜਾ ਨੇ। ਇਹਨਾਂ ਦਾ ਐਕਸਪੀਰੀਅੰਸ ਇਸ ਕਰਕੇ ਸੁਣਨਾ ਜ਼ਰੂਰੀ ਹੈ ਤੁਹਾਡੇ ਲਈ ਕਿਉਂਕਿ ਇਹਨਾਂ ਨੇ ਉਹ ਸਾਰੇ ਕਾਰਜ ਖੇਤਰ ਵਿੱਚ ਕੰਮ ਕੀਤਾ ਜਿੱਥੇ ਪੰਜਾਬ ਦੀ ਨਬਜ਼ ਨੂੰ ਟਟੋਰ ਰਹੇ ਨੇ ਕਿ ਪੰਜਾਬ ਦੀ ਸਿਹਤ ਕਿਵੇਂ ਹੈ, ਆਬੋ ਹਵਾ ਕਿਵੇਂ ਹੈ ਅਤੇ ਪੰਜਾਬ ਦੀਆਂ ਕਿਹੜੀਆਂ ਕਾਰਗੁਜ਼ਾਰੀਆਂ ਨੇ ਸਰਕਾਰਾਂ ਦੀਆਂ ਜਿਹੜੀਆਂ ਪੰਜਾਬ ਦੀ ਆਬੋ ਹਵਾ ਨੂੰ ਖਰਾਬ ਕਰ ਰਹੀਆਂ ਨੇ। ਇਸ ਦੇ ਵਿੱਚ ਜਸਕੀਰਤ ਸਿੰਘ ਹੁਣੀ ਲਗਾਤਾਰ ਮੱਤੇਵਾੜਾ ਪ੍ਰੋਜੈਕਟ ਦੇ ਉੱਤੇ ਨਜ਼ਰ ਬਣਾ ਕੇ ਇਹਨਾਂ ਨੇ ਰੱਖੀ ਹੈ। ਇਹ ਉਸਦੀ ਉਹ तमाम ਚੀਜ਼ਾਂ ਦੱਸਣਗੇ ਕਿ ਉਸ ਦੇ ਵਿੱਚ ਕਿਹੜੀਆਂ ਘਾਟਾਂ ਨੇ ਤੇ ਕਿਹੜੀਆਂ ਘਾਟਾਂ ਨੂੰ ਸਰਕਾਰ ਨੇ ਘੇਸਲ ਵੱਟ ਕੇ ਕਿਤੇ ਸਾਈਡ ਤੇ ਦੱਬ ਦਿੱਤਾ। ਉਮਿੰਦਰ ਦਾ ਸਾਹਿਬ ਕੁਦਰਤੀ ਖੇਤੀ ਦੇ ਉੱਤੇ ਲਗਾਤਾਰ ਕੰਮ ਕਰਦੇ ਆਏ ਨੇ। ਇਹਨਾਂ ਕੋਲ ਉਹ ਤਜਰਬਾ ਹੈ ਜਿਸ ਦੇ ਬਿਨਾਂ ਤੇ ਲਗਾਤਾਰ ਕਿਸਾਨ ਕਰਜ਼ੇ ਥੱਲੇ ਵੀ ਗਿਆ, ਜਿਸ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਵੀ ਹੋਈਆਂ, ਪਰ ਇਹਨਾਂ ਨੇ ਇੱਕ ਬਦਲ ਦਿੱਤਾ। ਉਹ ਬਦਲ ਆਪਣੇ ਆਪ ਦੇ ਵਿੱਚ ਪੋਜ਼ਿਟਿਵ ਸੀ ਅਤੇ ਉਸ ਪੋਜ਼ਿਟਿਵ ਬਦਲ ਦੇ ਅੰਦਰ ਪੰਜਾਬ ਦੀ ਸੁਹਾਵਣੀ ਖੇਤੀ ਦਾ ਸਾਡੇ ਕੋਲ ਬਦਲ ਹੈ। ਜੇ ਅਸੀਂ ਕਰ ਸਕੀਏ ਤੇ ਕਰ ਸਕਦੇ ਹਾਂ। ਗੁਰਪ੍ਰੀਤ ਸਿੰਘ ਚੰਦਬਾਜਾ ਹੁਣੀ ਫਰੀਦਕੋਟ ਅਤੇ ਮਾਲਵੇ ਦੇ ਉਸ ਬੈਲਟ ਦੇ ਵਿੱਚ ਲਗਾਤਾਰ ਕੰਮ ਕਰਦੇ ਆ ਰਹੇ ਨੇ। ਭਾਈ ਕਨ੍ਹਈਆ ਸੁਸਾਇਟੀ ਦੇ ਇਹ ਮੈਂਬਰ ਨੇ ਅਤੇ ਇਹਨਾਂ ਦਾ ਤਜਰਬੇ ਦੇ ਵਿੱਚ ਵੀ ਆਪਾਂ ਜਾਣਾਂਗੇ ਕਿ ਉਹ ਸਾਰੀਆਂ ਗੱਲਾਂ ਕੀ ਨੇ ਵਾਰੋ ਵਾਰੀ। ਜਸਕੀਰਤ, ਜਿਸ ਤਰ੍ਹਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਆ ਰਹੀਆਂ ਨੇ ਤੇ ਚੋਣ ਮੈਨੀਫੈਸਟੋ ਦੇ ਅੰਦਰ ਪੰਜਾਬ ਦੀ ਆਬੋ ਹਵਾ ਕਦੀ ਚਿੰਤਾ ਨਹੀਂ ਹੁੰਦੀ, ਪਰ ਤੁਹਾਡੀ ਚਿੰਤਾ ਹੈ ਕਿ ਇਹ ਚਿੰਤਾ ਦਾ ਸਬੱਬ ਬਣ ਜਾਵੇ। ਤੁਸੀਂ ਕੀ ਚਾਹੁੰਦੇ ਹੋ ਕਿ ਕੀ ਉਹ ਚੀਜ਼ਾਂ ਨੇ ਜਿਹੜੀਆਂ ਸਰਕਾਰ ਦੇ ਲਈ ਵੀ ਹੋਣੀਆਂ ਜ਼ਰੂਰੀ ਨੇ ਤੇ ਜਿਨ੍ਹਾਂ ਦੇ ਲਈ ਲੋਕਾਂ ਦਾ ਜਾਗਰੂਕ ਹੋਣਾ ਵੀ ਬਹੁਤ ਜ਼ਰੂਰੀ ਹੈ? ਨਹੀਂ, ਮੇਰਾ ਮੰਨਣਾ ਇਹ ਹੈ ਜੀ ਕਿ ਪੰਜਾਬ ਦੇ ਲੋਕ ਜਿਹੜੇ ਹੈ ਨਾ ਵਾਤਾਵਰਣ ਪ੍ਰਤੀ ਬਹੁਤ ਦੇਰ ਤੋਂ ਸੁੱਤੇ ਹੀ ਪਏ ਹੈ। ਵਾਤਾਵਰਣ ਬਹੁਤ ਵਿਗੜਦਾ ਗਿਆ, ਗੰਦਾ ਪਾਣੀ ਪੀ ਜਾ ਰਹੇ ਆ ਤਾਂ ਪੀ ਜਾ ਰਹੇ ਆ, ਗੰਦੀ ਹਵਾ ਲਈ ਜਾ ਰਹੇ ਆ ਤਾਂ ਲਈ ਜਾ ਰਹੇ ਆ। ਜੰਗਲ ਪੰਜਾਬ 'ਚ ਖਤਮ ਹੋ ਹੀ ਗਏ ਤੇ ਕਿਸੇ ਨੇ ਕੋਈ ਆਵਾਜ਼ ਨਹੀਂ ਚੱਕੀ। ਸੋ ਹੁਣ ਇਹ ਸਾਨੂੰ ਜਿਹੜਾ ਹੈ ਬਹੁਤ ਭਾਵੇਂ ਲੇਟ ਹੋ ਚੁੱਕਾ ਪਰ ਹਾਲੇ ਵੀ ਰੋਕਣ ਦੀ ਲੋੜ ਹੈ ਕਿਉਂਕਿ ਹਾਲੇ ਵੀ ਕੁਝ ਬਚਿਆ ਹੈ ਤੇ ਉਹਨੂੰ ਬਚਾਉਣ ਦੀ ਬਹੁਤ ਲੋੜ ਹੈ। ਤੇ ਇਸ ਕਰਕੇ ਭਾਵੇਂ ਅਸੀਂ ਲੇਟ ਹਾਂ ਪਰ ਅਸੀਂ ਇਹ ਹੁਣ ਸ਼ੁਰੂਆਤ ਕੀਤੀ ਹੈ ਕਿ ਭਾਈ ਲੋਕਾਂ ਨੂੰ ਵੀ ਕੋਸ਼ਿਸ਼ ਕਰੀਏ ਕਿ ਸਾਡੇ ਨਾਲ ਜੁੜਨ ਤੇ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਗੱਲ ਆਵੇ ਕਿ ਵਾਤਾਵਰਣ ਤੋਂ ਬਿਨਾਂ ਆਪਾਂ ਕਿੱਥੇ ਤੱਕ ਜਾ ਸਕਦੇ ਹਾਂ। ਵਾਤਾਵਰਣ ਦੇ ਬਿਨਾਂ ਅਸੀਂ ਸਾਹ ਨਹੀਂ ਲੈ ਸਕਦੇ ਤੇ ਗੱਡੀਆਂ ਨੂੰ ਤੇ ਕੋਠੀਆਂ ਨੂੰ ਕਰਾਂਗੇ ਕੀ ਫਿਰ? ਜੀ, ਮੱਤੇਵਾੜਾ ਪ੍ਰੋਜੈਕਟ 1000 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਸਰਕਾਰ ਤੇ ਕਹਿੰਦੀ ਕਿ ਉਸ ਦੇ ਨਾਲ ਬੜੀ ਉਦਯੋਗਿਕ ਕ੍ਰਾਂਤੀ ਆਵੇਗੀ। ਲੁਧਿਆਣੇ ਦਾ ਜਿੰਨਾ ਵੀ ਬੋਝ ਹੈ ਉਹ ਲੁਧਿਆਣੇ ਤੋਂ ਬਾਹਰ ਅਗਲੇ ਡਿਸਟ੍ਰੀਬਿਊਟ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ ਮੱਤੇਵਾੜੇ ਦੇ ਪ੍ਰੋਜੈਕਟ ਦੇ ਅੰਦਰ ਕੀ ਪ੍ਰੋਬਲਮ ਹੈ? ਜੇ ਸਰਕਾਰ ਇੱਦਾਂ ਕਹਿ ਰਹੀ ਹੈ ਜੀ ਤਾਂ ਪਹਿਲਾਂ ਤਾਂ ਬਹੁਤ ਹੀ ਇੱਕ ਭੱਦਾ ਮਜ਼ਾਕ ਕਰ ਰਹੀ ਹੈ। ਦੂਜੀ ਗੱਲ ਇਹ ਹੈ ਕਿ ਇੰਨੇ ਇੰਡਸਟਰੀਅਲ ਏਰੀਆ ਖਾਲੀ ਪਏ ਹੈ ਜਿਨ੍ਹਾਂ ਦੇ ਵਿੱਚ ਕੋਈ ਪੁੱਛਦਾ ਨਹੀਂ ਕਿ ਉਹ ਜਗ੍ਹਾ ਖਾਲੀ ਪਈਆਂ, ਕੋਈ ਲੈਣ ਨੂੰ ਤਿਆਰ ਨਹੀਂ ਅੱਜ ਦੀ ਡੇਟ ਦੇ ਵਿੱਚ। ਪਰ ਇਹ ਰੀਅਲ ਏਸਟੇਟ ਗੇਮ ਦਾ ਚੱਕਰ ਹੈ। ਇਲੈਕਸ਼ਨਾਂ ਤੋਂ ਪਹਿਲੇ ਸ਼ਾਇਦ ਪਾਰਟੀਆਂ ਕਈ ਵਾਰੀ ਸੋਚਦੀਆਂ ਕਿ ਇਹੋ ਜਿਹਾ ਫਟਾਫਟ ਕੁਝ ਕਰਕੇ ਤੇ ਇਲੈਕਸ਼ਨ ਦੀ ਤਿਆਰੀ ਵਧੀਆ ਹੋ ਜਾਏਗੀ। ਆਪਾਂ ਨੂੰ ਪਤਾ ਹੀ ਹੈ ਕਿੱਦਾਂ ਦੀਆਂ ਤਿਆਰੀਆਂ ਹੁੰਦੀਆਂ। ਉਹ 1000 ਏਕੜ ਦੀ ਜਿਹੜੀ ਜਗ੍ਹਾ ਹੈ ਉਹਦੇ ਇੱਕ ਪਾਸੇ ਸਤਲੁਜ ਹੈ ਜਿਹੜਾ ਪਹਿਲਾਂ ਹੀ ਬਹੁਤ ਸਾਰੇ ਪ੍ਰਦੂਸ਼ਣ ਦੇ ਬੋਝ ਥੱਲੇ ਹੈ। ਉਹਦਾ ਪਾਣੀ ਜਿਹੜੇ ਲੋਕ ਪੀ ਰਹੇ ਆ ਉਹਨਾਂ ਪਿੰਡਾਂ ਦੇ ਵਿੱਚ ਕੈਂਸਰ ਤੇ ਹੋਰ ਬੜੀਆਂ ਨਾਮੁਰਾਦ ਬਿਮਾਰੀਆਂ ਜਿਹੜੀਆਂ ਹੈ ਉਹ ਘਰ ਚੁੱਕੀਆਂ। ਜੇ ਅਸੀਂ ਦੂਜਾ ਬੁੱਢਾ ਨਾਲਾ ਉੱਥੇ ਇੱਕ ਹੋਰ ਬਣਾ ਦਿਆਂਗੇ ਤਾਂ ਕੀ ਅਸੀਂ ਉਹ ਪੁਰਾਣੀ ਪ੍ਰੋਬਲਮ ਨੂੰ ਹੱਲ ਕਰਨ ਵੱਲ ਤੁਰਾਂਗੇ ਕਿ ਅਸੀਂ ਉਹਨੂੰ ਹੋਰ ਇੰਪੋਸੀਬਲ ਕਰ ਦਿਆਂਗੇ, ਬਿਲਕੁਲ ਇੱਕ ਨਾਮੁਮਕਿਨ ਕਰ ਦਿਆਂਗੇ ਹੱਲ ਕਰਨਾ? ਤੇ ਇਹ ਸਰਕਾਰਾਂ ਦੀ ਪਲਾਨ ਜਿਹੜੀ ਹੈ ਪਤਾ ਨਹੀਂ ਇਹ ਨਾ ਸਮਝੀ ਹੈ, ਬੇਵਕੂਫੀ ਹੈ ਜਾਂ ਇੱਕ ਸੋਚੀ ਸਮਝੀ
ਮਤਲਬ ਇੱਕ ਸਾਜ਼ਿਸ਼ ਹੈ। ਹੁਣ ਇਹ ਕਹਿਣਾ ਬੜਾ ਔਖਾ ਪਰ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ ਇਹਦੇ ਵਿਰੁੱਧ ਖੜਨਾ ਪਊਗਾ ਤੇ ਅਸੀਂ ਉਹੀ ਇੱਕ ਕੋਸ਼ਿਸ਼ ਕਰ ਰਹੇ ਹਾਂ। ਉਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ ਕਿ ਉੱਥੇ ਜੰਗਲ ਵੀ ਹੈਗੇ ਆ, ਜੈਵ ਵਿਭਿੰਨਤਾ ਵੀ ਹੈਗੀ ਹੈ, ਪਰ ਸਾਡੀ ਤਾਂ ਆਪਣੀ ਹੋਣ ਦਾ ਸਵਾਲ ਕਿਉਂਕਿ ਪਹਿਲਾਂ ਖੜਾ ਹੋ ਜਾਂਦਾ, ਅਸੀਂ ਜੰਗਲਾਂ ਤੇ ਜੈਵ ਵਿਭਿੰਨਤਾ ਤੱਕ ਤਾਂ ਪਹੁੰਚ ਹੀ ਨਹੀਂ ਸਕਦੇ। ਤੇ ਜੰਗਲ ਵੀ ਪੰਜਾਬ 'ਚ 3.5% ਹੈ, ਮੈਦਾਨੀ ਇਲਾਕੇ ਦੇ ਵਿੱਚ ਸ਼ਾਇਦ 1% ਦੇ ਨੇੜੇ ਤੇੜੇ ਹੈ। ਲੁਧਿਆਣੇ 'ਚ 1.5% ਜੰਗਲ ਹੈ, ਉਹ 'ਚ ਤਕਰੀਬਨ ਸਾਰਾ ਮੱਤੇਵਾੜਾ ਹੀ ਹੈ, ਹੋਰ ਕੋਈ ਹੈ ਹੀ ਨਹੀਂ। ਤੇ ਉਹ ਵੀ ਗਵਾ ਲਾਂਗੇ ਤੇ ਫਿਰ ਆਪਾਂ ਮਤਲਬ ਕੀ ਦੇ ਕੇ ਜਾਵਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ? ਆ ਕਾਰਾਂ ਕੋਠੀਆਂ ਕਲੀਆਂ ਨਾਲ ਤਾਂ ਉਹਨਾਂ ਦਾ ਸਾਹ ਨਹੀਂ ਆਉਣਾ ਉਹਨਾਂ ਨੂੰ। ਤਾਂ ਇਹ ਪ੍ਰੋਬਲਮ ਹੈ। ਦੱਸ ਸਾਹਿਬ, ਪੰਜਾਬ ਦੀ ਖੇਤੀਬਾੜੀ ਦੀ ਅਸਲ ਚਿੰਤਾ ਕੀ ਹੈ? ਕਿਹੜੇ ਉਹ 5 ਪੁਆਇੰਟ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਸਮਝਣੇ ਜ਼ਰੂਰੀ ਨੇ? ਜੇ ਉਹ ਨਹੀਂ ਸਮਝਾਂਗੇ ਤੇ ਪੰਜਾਬ ਖਤਰੇ ਦੀ ਪੋਜੀਸ਼ਨ ਵਿੱਚ ਜਾਵੇਗਾ। ਪੰਜਾਬ ਉਹ ਸੂਬਾ ਹੈ ਜਿਹਦੀ ਖੁਸ਼ਹਾਲੀ ਦੇ ਵਿੱਚ ਖੇਤੀ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਪੰਜਾਬ ਦੇ ਵਿੱਚ ਕਿਸਾਨਾਂ ਦੀ ਖੁਦਕੁਸ਼ੀ, ਪੰਜਾਬ ਉਹ ਸੂਬਾ ਹੈ ਜਿੱਥੇ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਕਿਸਾਨਾਂ ਦੀ ਹੋਈਆਂ, ਤੇਲੰਗਾਨਾ ਔਰ ਵਿਦਰਭ ਤੇ ਪੰਜਾਬ। ਇਹ ਖੇਤਰ 3 ਖੇਤਰ ਨੇ ਪੰਜਾਬ ਦੇ, ਹਿੰਦੁਸਤਾਨ ਦੇ, ਔਰ ਉਹ ਵੀ ਕਾਰਨ ਫਿਰ ਖੇਤੀ ਸੀ। ਪੰਜਾਬ ਦੇ ਕਿਸਾਨਾਂ ਦੇ ਵਿੱਚੋਂ ਲਗਭਗ 3 ਲੱਖ ਤੋਂ ਜ਼ਿਆਦਾ ਕਿਸਾਨ ਖੇਤੀ ਛੋੜ ਕੇ ਬਾਹਰ ਹੋ ਗਏ ਨੇ ਖੇਤੀ ਤੋਂ, ਇਹ ਸਟੱਡੀਜ਼ ਦੱਸ ਰਹੀਆਂ ਨੇ। ਔਰ ਪੰਜਾਬ ਦੇ ਜਿਹੜੇ 6 ਜ਼ਿਲ੍ਹੇ ਸਭ ਤੋਂ ਜ਼ਿਆਦਾ ਪੈਸਟੀਸਾਈਡ ਇਸਤੇਮਾਲ ਕਰਦੇ ਨੇ, ਯਾਨੀ ਕਿ ਸਭ ਤੋਂ ਜ਼ਿਆਦਾ ਸੰਘਣੀ ਜਾਂ ਇੰਟੈਂਸਿਵ ਐਗਰੀਕਲਚਰ ਹੈ, ਐਗਰੀਕਲਚਰ ਇੰਟੈਂਸਿਟੀ ਜਿੱਥੇ ਸਭ ਤੋਂ ਜ਼ਿਆਦਾ ਹੈ, ਉੱਥੋਂ ਹੀ ਪੰਜਾਬ ਦੇ ਸਭ ਤੋਂ ਜ਼ਿਆਦਾ ਕਿਸਾਨਾਂ ਦੀ ਖੁਦਕੁਸ਼ੀਆਂ ਨੇ। ਔਰ ਉਹਨਾਂ ਹੀ 6 ਜ਼ਿਲ੍ਹਿਆਂ 'ਚ ਪੰਜਾਬ ਦੇ ਸਭ ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ ਨੇ। ਤੇ ਇਹ ਦੱਸਦਾ ਹੈ ਕਿ ਪੰਜਾਬ ਦੀ ਖੇਤੀ ਖਤਰੇ 'ਚ ਹੈ। ਪੰਜਾਬ ਦੀ ਖੇਤੀ ਦਾ ਖੁਰਾਕ ਦੇ ਨਾਲੋਂ ਰਿਸ਼ਤਾ ਟੁੱਟ ਗਿਆ। ਅੱਜ ਪੰਜਾਬ ਦੇ ਸ਼ਹਿਰੀ ਲੋਕ ਜਿਹੜੇ ਰਜੇ ਪੁੱਜੇ ਘਰਾਂ ਦੇ ਨੇ, ਉਹ ਕੁਦਰਤੀ ਖੇਤੀ ਦੀ ਕਣਕ ਲੱਭਦੇ ਨੇ ਤੇ ਉਹ ਪੰਜਾਬ ਦੀ ਜਗ੍ਹਾ ਮੱਧ ਪ੍ਰਦੇਸ਼ ਤੋਂ ਮੰਗਾਉਣਾ ਬਿਹਤਰ ਸਮਝਦੇ ਨੇ, ਛੱਤੀਸਗੜ੍ਹ ਤੋਂ ਮੰਗਾਉਣਾ ਬਿਹਤਰ ਸਮਝਦੇ ਨੇ। ਜਿਨ੍ਹਾਂ ਦਾ ਵਸ ਚੱਲਦਾ ਹੈ ਉਹ ਪੰਜਾਬ ਇਹਨਾਂ ਬਾਸਮਤੀ ਉਗਾਉਂਦਾ ਹੈ। ਪੰਜਾਬ ਦਾ ਬਾਸਮਤੀ ਖਰੀਦਣ ਨੂੰ ਤਿਆਰ ਨਹੀਂ ਹੈਗੇ ਲੋਕੀ। ਮੈਂ ਬੜਿਆਂ ਨੂੰ ਜਾਣਦਾ, ਉਹਨਾਂ ਦਾ ਬਾਸਮਤੀ ਕਿੱਥੋਂ ਆਉਂਦਾ? ਉੱਤਰਾਖੰਡ ਤੋਂ ਆਉਂਦਾ। ਤੇ ਇਹਦਾ ਕੀ ਮਤਲਬ ਹੈ ਕਿ ਪੰਜਾਬ ਦੇ ਲੋਕ ਪੰਜਾਬ ਦਾ ਖਾਣ ਨੂੰ ਤਿਆਰ ਨਹੀਂ, ਕਿਉਂਕਿ ਇੰਨਾ ਜ਼ਹਿਰ ਹੈ, ਇੰਨਾ ਅਸੀਂ ਜ਼ਹਿਰ ਘੋਲਤਾ ਹੈ। ਤੇ ਜੇ ਪੰਜਾਬੀਆਂ ਦੇ ਖੂਨ 'ਚ ਜ਼ਹਿਰ ਹੈ, ਪੰਜਾਬੀਆਂ ਦੇ ਜਿਹਨੂੰ ਕਹਿਣਾ ਚਾਹੀਦੀ ਹੈ ਕਿ ਸਾਡੀ ਜਿਹੜੀ ਇੱਕ ਯੰਗ ਬੇਟੀ ਮਾਂ ਬਣਦੀ ਹੈ ਤੇ ਜੋ ਉਹਦੇ ਬ੍ਰੈਸਟ ਮਿਲਕ 'ਚ ਪੈਸਟੀਸਾਈਡ ਹੈ, ਨਾੜੂ ਦੇ ਵਿੱਚ ਪੈਸਟੀਸਾਈਡ ਹੈ, ਪੰਜਾਬ 'ਚ ਰੀਪਰੋਡਕਟਿਵ ਹੈਲਥ ਦਾ ਇੰਨਾ ਵੱਡਾ ਕ੍ਰਾਈਸਿਸ ਖੜਾ ਹੋ ਗਿਆ। ਇਹ ਜਿਹੜਾ IVF ਸੈਂਟਰ ਜਗ੍ਹਾ ਜਗ੍ਹਾ ਪੰਜਾਬ 'ਚ ਖੁੱਲ੍ਹ ਰਹੇ ਨੇ, ਇਹ ਕੀ ਦੱਸ ਰਹੇ ਨੇ? ਸੋ ਪੰਜਾਬ ਤਾਂ ਇੱਕ ਬਹੁਤ ਭਿਅੰਕਰ ਸਥਿਤੀ 'ਚ ਬਣਿਆ। ਖੇਤੀ ਦਾ ਰਿਸ਼ਤਾ ਖੁਰਾਕ ਨਾਲ ਟੁੱਟਿਆ ਔਰ ਖੁਰਾਕ ਦਾ ਰਿਸ਼ਤਾ ਸਿਹਤ ਤੇ ਪੋਸ਼ਣ ਦੇ ਨਾਲ ਟੁੱਟ ਗਿਆ। ਇਹਨੂੰ ਜੋੜਨ ਦੀ ਲੋੜ ਹੈ, ਖੇਤੀ ਨੂੰ ਕੁਦਰਤੀ ਖੇਤੀ ਕਰਨ ਦੀ ਲੋੜ ਹੈ। ਔਰ ਪੰਜਾਬ ਦੇ ਵਿੱਚ ਹਰ ਸਾਲ 10% ਜਿਹੜਾ ਖਿੱਤਾ ਹੈਗਾ ਉਹ ਤੁਸੀਂ ਪੈਸਟੀਸਾਈਡ ਤੋਂ ਰਹਿਤ ਕਰਨ ਦੀ ਤਿਆਰੀ ਕਰੋ, ਤਾਂ ਕਿ 10 ਸਾਲ 'ਚ ਪੰਜਾਬ ਜਿਹੜਾ ਹੈਗਾ ਉਹ ਕੁਦਰਤੀ ਖੇਤੀ ਵੱਲ ਜੁੜੇ। ਪੰਜਾਬ 'ਚ ਖੇਤੀ ਦਾ ਮਾਡਲ ਜਿਹੜਾ ਦਿੱਤਾ ਉਹਨੇ ਪੰਜਾਬ ਦਾ ਪਾਣੀ ਥੱਲੋਂ ਕੱਢਿਆ ਜ਼ਿਆਦਾ। ਅਸੀਂ ਬਹੁਤ ਜ਼ਿਆਦਾ ਪਾਣੀ ਕੱਢ ਰਹੇ ਹਾਂ। ਉਹਨਾਂ ਜ਼ਿਆਦਾ ਪਾਣੀ ਦੇਖੋ ਪੰਜਾਬ ਆ ਕੇ ਉਜੜ ਜਾਏਗਾ। 20-22 ਸਾਲ 'ਚ ਪੰਜਾਬ 'ਚ ਪਾਣੀ ਰਹਿਣਾ ਨਹੀਂ ਹੈਗਾ। ਹੁਣ ਤੁਸੀਂ ਪੰਜਾਬ ਪਾਣੀ ਹਰਿਆਣੇ ਨੂੰ ਕਹਿਣਾ ਰੋਕਣਾ ਹੈ, ਰਾਜਸਥਾਨ ਦਾ ਰੋਕਣਾ ਹੈ, ਉਹ ਰੋਕ ਲਓ। ਪਰ ਜੇ ਤੁਸੀਂ ਇਹ ਮਾਡਲ ਇਹੀ ਅਪਣਾ ਕੇ ਰੱਖੇ ਤਾਂ ਉਹ ਪਾਣੀ ਵੀ ਘੱਟ ਪਏਗਾ ਤੁਹਾਨੂੰ। ਉਹਦੇ ਨਾਲ ਇਹ ਖੇਤੀ ਦਾ ਮਾਡਲ ਬਦਲਣ ਵਾਲਾ ਹੈਗਾ। ਦੂਜਾ, ਅਸੀਂ ਜਿਹੜਾ ਖੇਤੀ ਦਾ ਮਾਡਲ ਲੈ ਕੇ ਆਏ, ਇਹ ਇਕੱਲਾ ਕਣਕ ਤੇ ਝੋਨਾ ਹੀ ਹੈ। ਰਸੋਈ ਦੇ ਵਿੱਚ ਕਦੀ ਹਰਪ੍ਰੀਤ ਜੀ ਤੁਸੀਂ ਦੇਖਿਆ ਜੇ ਆਪਣੀ ਕਦੀ ਗਿਣਤੀ ਕਰਿਆ ਜੇ ਕਿੰਨੀਆਂ ਚੀਜ਼ਾਂ ਹੁੰਦੀਆਂ ਤੁਹਾਡੀ ਰਸੋਈ ਦੇ ਵਿੱਚ ਜਿਨ੍ਹਾਂ ਨੂੰ ਮਿਲਾ ਕੇ ਤੁਹਾਡੀ ਮਾਤਾ ਜਾਂ ਤੁਹਾਡੀ ਪਤਨੀ, ਤੁਹਾਡੀ ਬੇਟੀ ਭੋਜਨ ਬਣਾਉਂਦੀ ਹੈ। ਲਗਭਗ 125 ਚੀਜ਼ਾਂ ਹੁੰਦੀਆਂ ਨੇ, 150 ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਰਸੋਈ 'ਚ ਲੋੜ ਪੈਂਦੀਆਂ ਨੇ। ਉਹਨਾਂ 'ਚ ਕੋਈ ਚੀਜ਼ ਹੋਏਗੀ ਜਿਹੜੀ ਇੱਕ ਚੁੰਡੀ ਦੀ ਲੋੜ ਪੈਂਦੀ ਹੈ ਅਤੇ ਕੋਈ ਕੜਛੀ ਹੋਏਗੀ, ਕੋਈ ਜ਼ਿਆਦਾ ਵੀ ਹੋਏਗੀ, ਦਾਲ ਵਰਗੀ ਚੀਜ਼ਾਂ। ਇਹ ਜਿਹੜੀਆਂ 150 ਚੀਜ਼ਾਂ ਨੇ, 200 ਚੀਜ਼ਾਂ ਨੇ, ਇਹ ਸਭ ਖੇਤੀ ਤੋਂ ਆਉਂਦੀਆਂ ਨੇ। ਅਸੀਂ ਜਿਹੜਾ ਖੇਤੀ ਸੁਰੱਖਿਆ ਦਾ ਜਾਂ ਖਾਦ ਸੁਰੱਖਿਆ ਦਾ, ਫੂਡ ਸਿਕਿਉਰਿਟੀ ਦਾ, ਅਸੀਂ ਜਿਹੜਾ ਫੂਡ ਸਿਕਿਉਰਿਟੀ ਦਾ ਮਾਡਲ ਬਣਾਇਆ ਉਹ ਬੜਾ ਰਿਡਕਸ਼ਨਿਸਟ ਹੈ। ਇਕੱਲਾ ਕਣਕ ਤੇ ਝੋਨਾ। ਮੈਂ ਕਹਿੰਦਾ ਜਿਹੜੇ ਲੋਕ ਕਣਕ ਤੇ ਝੋਨੇ ਦੇ ਆਧਾਰ 'ਤੇ ਫੂਡ ਸਿਕਿਉਰਿਟੀ ਭਾਲਦੇ ਨੇ, ਅਸੀਂ ਉਹਨਾਂ ਲੋਕਾਂ ਨੂੰ ਇੱਕ ਕੋਠੀ 'ਚ ਬੰਦ ਕਰ ਦਿੰਦੇ ਹਾਂ ਕਣਕ ਤੇ ਝੋਨੇ ਦੇ ਗੋਦਾਮ ਭਰ ਕੇ। ਕਿਆ ਉਹ ਰਹਿ ਲੈਣਗੇ? ਨਹੀਂ ਖਾ ਸਕਦੇ। ਉਹਨੂੰ ਬਹੁਤ ਕੁਝ ਹੋਰ ਚਾਹੀਦਾ। ਸੋ ਔਰ ਇਹਦਾ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਲਾਸ ਆਫ ਬਾਇਓਡਾਇਵਰਸਿਟੀ ਇਨ ਐਗਰੀਕਲਚਰ ਫਾਰਮਸ, ਉਹਦੇ ਕਰਕੇ ਲਾਸ ਆਫ ਡਾਇਵਰਸਿਟੀ ਇਨ ਅਵਰ ਫੂਡ। ਔਰ ਲਾਸ ਆਫ ਡਾਇਵਰਸਿਟੀ ਇਨ ਫੂਡ ਮੀਨਸ ਲਾਸ ਆਫ ਡਾਇਵਰਸਿਟੀ ਇਨ ਗਟ ਬੈਕਟੀਰੀਆ। ਔਰ ਉਹਦੇ ਕਰਕੇ ਸਿਹਤ ਦੀਆਂ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਨੇ। ਉਹ 'ਚ ਕੈਂਸਰ ਤੋਂ ਲੈ ਕੇ ਰੀਪਰੋਡਕਟਿਵ ਹੈਲਥ ਤੋਂ ਲੈ ਕੇ ਜਿਹੜਾ ਹੈਗਾ ਇੱਕ ਨੈਚੁਰਲ ਇਮਿਊਨਿਟੀ ਪੰਜਾਬੀਆਂ ਦੀ ਡਾਊਨ ਗਈ ਹੈ। ਮੋਟਾਪਾ ਹੈ, ਗੋਡਿਆਂ ਦਾ ਦਰਦ ਹੈ, ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਹਾਰਟ ਦੀ ਬਿਮਾਰੀਆਂ ਨੇ। ਇਹ ਜਿੰਨੇ ਹਾਰਟ ਹਸਪੀਟਲ ਨੇ ਨਾਰਥ ਇੰਡੀਆ 'ਚ, ਇਹ ਤਾਂ ਪੰਜਾਬੀਆਂ ਨਾਲ ਹੀ ਭਰੇ ਹੋਏ ਨੇ ਸਾਰੇ। ਸੋ ਇਹ ਜਿਹੜੀ ਖੇਤੀ ਦਾ ਮਾਡਲ ਹੈ ਕਿਸਾਨ ਨੂੰ ਵੀ ਮਾਰਦੀ ਹੈ ਜਿਹੜਾ ਉਗਾਉਂਦਾ ਹੈ, ਅਤੇ ਜਿਹੜਾ ਖਾਂਦਾ
ਉਹ ਵੀ ਮਰਦਾ ਹੈ, ਵਾਤਾਵਰਣ ਵੀ ਮਰਦਾ ਹੈ। ਸੋ ਇਸ ਖੇਤੀ ਦੇ ਮਾਡਲ ਨੂੰ ਬਦਲਣ ਦੀ ਲੋੜ ਹੈ। 2022 ਦੇ ਇਲੈਕਸ਼ਨਾਂ 'ਚ ਮੈਨੂੰ ਲੱਗਦਾ ਪੋਲੀਟੀਕਲ ਪਾਰਟੀਆਂ ਨੂੰ ਅਨਾਉਂਸ ਕਰਨਾ ਚਾਹੀਦਾ ਕਿਹੜੀ ਪੋਲੀਟੀਕਲ ਪਾਰਟੀ ਹੈ ਜਿਹੜੀ ਆਰਗੈਨਿਕ ਫਾਰਮਿੰਗ ਬੋਰਡ ਬਣਾਏਗੀ ਪੰਜਾਬ ਦੇ ਵਿੱਚ, ਕਿਹੜੀ ਪੋਲੀਟੀਕਲ ਪਾਰਟੀ ਹੈ ਜਿਹੜੀ ਕਹੇਗੀ ਕਿ ਅਸੀਂ 10 ਸਾਲਾਂ 'ਚ 20 ਸਾਲਾਂ 'ਚ ਇੱਕ ਐਕਸ਼ਨ ਪਲਾਨ ਬਣਾ ਕੇ ਪੈਸਟੀਸਾਈਡ ਦੀ ਰਿਡਕਸ਼ਨ ਖਤਮ ਕਰਾਂਗੇ, ਕਿਹੜੀ ਪਾਰਟੀ ਹੈ ਜਿਹੜੀ ਕਹੇਗੀ ਕਿ ਸਬਜ਼ੀਆਂ ਨੂੰ ਟੋਟਲੀ ਅਸੀਂ ਆਰਗੈਨਿਕ ਕਰਾਂਗੇ, ਕਿਉਂਕਿ ਸਭ ਤੋਂ ਜ਼ਿਆਦਾ ਪੈਸਟੀਸਾਈਡ ਸਬਜ਼ੀਆਂ 'ਤੇ ਵਰਤਿਆ ਜਾਂਦਾ ਹੈ। ਪੰਜਾਬੀਆਂ ਦੀ ਖੁਰਾਕ ਜ਼ਹਿਰ ਮੁਕਤ ਹੋਵੇ, ਇਹ ਕਿਹੜੀ ਪਾਰਟੀ ਕਰੇਗੀ? ਮੈਨੂੰ ਲੱਗਦਾ ਇਹ ਮੁੱਦਾ 2022 ਦੇ ਇਲੈਕਸ਼ਨਾਂ 'ਚ ਬਣਨਾ ਚਾਹੀਦਾ। ਜਿਸ ਤਰ੍ਹਾਂ ਕਿ ਦਾਸ ਸਾਹਿਬ ਕਹਿ ਰਹੇ ਨੇ ਜਾਂ ਜਿਸ ਤਰ੍ਹਾਂ ਜਸਕੀਰਤ ਹੁਣਾਂ ਨੇ ਦੱਸਿਆ, ਆਪਾਂ ਇਹ ਸਮਝ ਰਹੇ ਹਾਂ ਕਿ ਲਗਾਤਾਰ ਸਾਨੂੰ ਇੱਕ ਚੁਟਕਲੇ ਦੇ ਰੂਪ 'ਚ ਆਉਂਦਾ ਕਿ ਪੰਜਾਬ ਦਾ ਕਿਹੜਾ ਕਲਚਰ ਹੈ, ਉਹ ਕਹਿੰਦੇ ਪੰਜਾਬ ਦਾ ਐਗਰੀਕਲਚਰ ਹੈ। ਪਰ ਮੈਨੂੰ ਲੱਗਦਾ ਇਹ ਜੇ ਚੁਟਕਲੇ ਦੇ ਰੂਪ 'ਚ ਨਾ ਵੀ ਹੋਵੇ ਤਾਂ ਇਹ ਤਾਂ ਬਹੁਤ ਸ਼ਾਨਦਾਰ ਤੇ ਬਹੁਤ ਸੋਹਣੀ ਗੱਲ ਹੈ। ਪਰ ਇਸ ਸੋਹਣੀ ਗੱਲ ਨੂੰ ਬਰਕਰਾਰ ਰੱਖਣ ਦੇ ਲਈ ਇਹ ਸਮਝਣਾ ਪਏਗਾ ਕਿ ਐਗਰੀਕਲਚਰ ਹੈ ਇਹ ਇੱਕ ਸੋਸ਼ਲ ਕ੍ਰਾਈਸਿਸ ਵੀ ਹੈ, ਇਹ ਇਕਨੋਮਿਕ ਕ੍ਰਾਈਸਿਸ ਵੀ ਹੈ, ਤੇ ਇਹ ਸਾਡਾ ਇਨਵਾਇਰਨਮੈਂਟ ਕ੍ਰਾਈਸਿਸ ਵੀ ਹੈ। ਤੁਹਾਡੇ ਕੋਲ ਬਹੁਤ ਸਾਰੀਆਂ ਜਿਉਂਦੀਆਂ ਜਾਗਦੀਆਂ ਉਹ ਕਹਾਣੀਆਂ ਨੇ ਜਿਨ੍ਹਾਂ ਤੱਕ ਤੁਸੀਂ ਪਹੁੰਚ ਕੀਤੀ ਆ। ਥੋੜ੍ਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪੰਜਾਬ ਦੇ ਖੇਤੀਬਾੜੀ ਨਾਲ ਜੁੜੇ ਹੋਏ, ਆਬੋ ਹਵਾ ਦੇ ਨਾਲ ਜੁੜੀਆਂ ਹੋਈਆਂ ਕੀ ਸਮੱਸਿਆਵਾਂ ਨੇ ਜਿਹੜੀਆਂ ਚੰਡੀਗੜ੍ਹ ਬੈਠੇ ਕੋਈ ਵੇਖਣਾ ਨਹੀਂ ਚਾਹੁੰਦਾ, ਜਾਂ ਕੋਈ ਵੇਖ ਕੇ ਘੇਸਲ ਵੱਟ ਰਿਹਾ, ਜਾਂ ਕੋਈ ਸਮਝਣਾ ਨਹੀਂ ਚਾਹੁੰਦਾ? ਦੇਖੋ ਜੀ, ਜਿਹੜੀ ਗੱਲ ਵੀਰ ਜਸਕੀਰਤੀ ਨੇ, ਦਾਤੀ ਜੀ ਨੇ ਕੀਤੀ ਆ, ਅਸੀਂ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਗੁਰੂ ਸਾਹਿਬ 550 ਸਾਲ ਪਹਿਲਾਂ ਸਾਨੂੰ ਹੁਕਮ ਕਰ ਗਏ, ਅਸੀਂ ਨਹੀਂ ਮੰਨਿਆ। ਜਿਹੜਾ ਸਾਡੀ ਧਰਤੀ, ਹਵਾ ਤੇ ਪਾਣੀ ਤਿੰਨੇ ਬਿਮਾਰ ਹੋ ਗਏ। 3 ਸਾਲ 4 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਕੈਂਸਰ, ਕੱਲਾ ਕੈਂਸਰ ਹੀ ਨਹੀਂ ਪੰਜਾਬ। ਅੱਜ ਤੁਸੀਂ ਡਾਕਟਰ ਜਿਹੜੇ ਸਕਿਨ ਦੇ ਡਾਕਟਰ ਨੇ, ਚਮੜੀ ਦੇ ਰੋਗੀ ਇੰਨੇ ਹੋ ਰਹੇ, ਸਾਡਾ ਪਾਣੀ ਜਿਹੜਾ ਥੱਲੇੋਂ ਉਹ ਵੀ ਨਹਾਉਣ ਯੋਗ ਨਹੀਂ ਰਿਹਾ। ਦਰਿਆਵਾਂ ਜ਼ਹਿਰ ਸੱਟ ਦਿੱਤੀ ਗਈ, ਜੰਗਲ ਪੱਟ ਦਿੱਤੇ ਗਏ, ਖੇਤਾਂ ਨੂੰ ਦਰਖਤ ਪੱਟ ਦਿੱਤੇ ਗਏ, ਤੇ ਅਸੀਂ ਸੋਚਿਆ ਹੀ ਕਦੇ ਨਹੀਂ। ਤੇ ਜਿਹੜੇ ਸਾਡੇ ਪੋਲੀਟੀਕਲ ਸੀ, ਰਾਜਨੀਤਿਕ ਘਾੜੇ ਸੀਗੇ, ਉਹਨਾਂ ਨੇ ਵੀ ਅੱਖਾਂ ਮੀਚ ਲਈਆਂ। ਉਹਨਾਂ ਨੇ ਕਦੇ ਹੀ ਧਿਆਨ ਨਹੀਂ ਦਿੱਤਾ ਵੀ ਜਿਹੜੇ ਪੰਜਾਬ ਦੇ ਹਾਲਾਤ ਇੱਧਰਲੇ ਪਾਸੇ ਨੂੰ ਜਾ ਰਹੇ ਆ। ਹਸਪਤਾਲ ਖੋਲ੍ਹਣ ਦੇ ਐਲਾਨ ਤਾਂ ਹੋ ਰਹੇ ਆ, ਕੇਂਦਰ ਤੋਂ ਲਿਆਉਣ ਦੇ ਹਸਪਤਾਲ ਐਲਾਨ ਹੋ ਰਹੇ ਆ, ਪਰ ਹਸਪਤਾਲ ਬਣਾਉਣਾ ਹੀ ਕਿਉਂ ਪੈ ਰਿਹਾ, ਇਸ ਪਾਸੇ ਸਾਡਾ ਕੋਈ ਧਿਆਨ ਨਹੀਂ। ਇਸ ਕਰਕੇ ਸਾਡੀਆਂ ਜਿਹੜੀਆਂ ਧਾਰਮਿਕ ਸਮਾਜਿਕ ਸੰਸਥਾਵਾਂ, ਜਿਵੇਂ ਪਿੰਗਲਵਾੜਾ ਹੋ ਗਿਆ, ਬਾਬਾ ਸੇਵਾ ਸਿੰਘ ਜੀ ਹੋ ਗਏ, ਬਾਬਾ ਬਲਵੀਰ ਸਿੰਘ ਜੀ ਹੋ ਗਏ, ਜਾਂ ਸਾਡੇ ਵਰਗੀਆਂ ਛੋਟੀਆਂ ਸੰਸਥਾਵਾਂ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਣ 'ਤੇ ਕੰਮ ਕਰਦੀਆਂ, ਹਰ ਵਾਰੀ ਹੁੰਦਾ। ਪਰ ਇਸ ਵਾਰ ਇਹ ਆ ਵੀ 2022 ਦੀ ਚੋਣ ਆ, ਇਹਦੇ ਵਿੱਚ ਜਿੱਥੇ ਰਾਜਨੀਤਿਕ ਪਾਰਟੀਆਂ ਮੁਕਤ ਖੇਡ ਰਹੀਆਂ, ਪਰ ਸਾਨੂੰ ਮੁਕਤ ਲੈਣ ਦੀ ਲੋੜ ਕਿਉਂ? ਸਾਡਾ ਸਰੀਰ ਤੰਦਰੁਸਤ ਹੋਈ ਸਾਰੀ ਚੀਜ਼ ਕਮਾ ਲਾਂਗੇ। ਤੇ ਜਿਹੜਾ ਵਾਤਾਵਰਣ ਦਾ ਏਜੰਡਾ ਧਰਤੀ, ਹਵਾ ਤੇ ਪਾਣੀ ਦੀ ਸੰਭਾਲ ਦਾ, ਇਸ ਨੂੰ ਹਾਈਲਾਈਟ ਕਰਨ ਵਾਸਤੇ, ਇਹਨੂੰ ਪ੍ਰਮੁੱਖਤਾ ਨਾਲ, ਮਤਲਬ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਏਜੰਡੇ 'ਤੇ ਲਿਆਉਣ ਵਾਸਤੇ, ਲੋਕ ਲਹਿਰ ਬਣਾਉਣ ਵਾਸਤੇ ਵਿਚਾਰਾਂ ਚੱਲੀਆਂ। ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿਹੜੀਆਂ ਵਾਤਾਵਰਣ ਪ੍ਰੇਮੀ ਜਾਂ ਪੰਜਾਬ ਦਾ ਹਰ ਨਾਗਰਿਕ ਜੋ ਇਸ ਧਰਤੀ 'ਤੇ ਜਿਉਂਦਾ, ਭਾਵੇਂ ਕਿਸੇ ਵੀ ਉਹ ਕੈਟਾਗਰੀ ਨਾਲ ਸੰਬੰਧਿਤ ਆ, ਕਿਸੇ ਵੀ ਉਹ ਚੀਜ਼ ਨਾਲ ਸੰਬੰਧਿਤ ਆ, ਉਹਨਾਂ ਨੂੰ ਸਾਰਿਆਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਤੁਸੀਂ ਪੈਸਾ ਟਕਾ ਕਾਹਦੇ ਵਾਸਤੇ ਕਮਾਉਣੇ? ਕੋਠੀਆਂ ਬੰਗਲੇ ਉਹ ਕਮਾਉਣੇ ਆ ਔਲਾਦ ਵਾਸਤੇ। ਕੁਛ ਔਲਾਦ ਤੁਸੀਂ ਭਜਾਤੀ ਇੱਥੋਂ, ਸਿਸਟਮ ਤੋਂ ਅੱਕੇ ਹੋਇਆ ਨੇ। ਜਿਹੜੇ ਇੱਥੇ ਬਚੇ ਆ ਉਹਨਾਂ ਨੂੰ ਤਾਂ ਜਿਉਣਾ ਨਾ। ਤੇ ਜੇ ਸਾਡੇ ਜੰਮਦੇ ਬੱਚੇ, ਕੁੱਖ ਦੇ ਵਿੱਚ ਬੱਚੇ ਸਾਡੇ ਬਿਮਾਰ ਪੈਦਾ ਹੁੰਦੇ ਆ, ਬੀਬੀ ਜਿਸ ਦਿਨ ਬੱਚੇ ਦੇ ਆਸ ਠਹਿਰਦੀ, ਉਸ ਦਿਨ ਤੋਂ ਦਵਾਈਆਂ ਲੈਣੀ ਸ਼ੁਰੂ ਕਰ ਦਿੰਦੀ ਆ, ਤੇ ਉਹ ਜ਼ਿੰਦਗੀ ਦਾ ਸਟਾਰਟਿੰਗ ਹੀ ਦਵਾਈਆਂ ਤੋਂ ਹੁੰਦੀ ਆ। ਤੇ ਅਸੀਂ ਕਿੱਥੇ ਖੜੇ? ਪਰ ਬਤੌਰ ਐਕਟਿਵਿਸਟ ਤੁਸੀਂ ਆਪਣੇ ਖੇਤਰ ਦੇ ਵਿੱਚ ਵਿਚਰਦੇ ਹੋ, ਕੋਈ ਅਜਿਹੀਆਂ ਉਦਾਹਰਨਾਂ ਦੇ ਨਾਲ ਜੇ ਸਮਝਾ ਸਕੋ ਕਿ ਪੋਜੀਸ਼ਨ ਕਿੰਨੀ ਖਤਰਨਾਕ ਹੈ? ਦੇਖੋ ਜੀ, ਜਿਹੜੀ ਗੱਲ ਇਹ ਆ ਵੀ ਮੈਂ ਹੋਰ ਤਾਂ ਮੈਨੂੰ ਪਤਾ ਨਹੀਂ, ਮੈਂ ਫਰੀਦਕੋਟ ਦਾ ਦੱਸਦਾ ਵੀ ਜਦੋਂ ਹਸਪਤਾਲ 2009 ਸ਼ੁਰੂ ਹੋਇਆ ਸੀ, ਉਦੋਂ ਤਕਰੀਬਨ 30-40 ਮਰੀਜ਼ ਆਉਂਦੇ ਸੀ ਕੈਂਸਰ ਦੇ। ਅੱਜ ਫਰੀਦਕੋਟ ਇਕੱਲੇ ਇੱਕ ਹਸਪਤਾਲ ਦੀ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਜਿਹੜੀ OPD ਹੈ 200-250 ਦੀ ਇੱਕ ਬਿਮਾਰੀ ਦੀ। ਤੁਸੀਂ ਇਕੱਲਾ ਇਹ 'ਚ ਕੈਂਸਰ ਨਾ ਗਿਣੋ, ਇਹ 'ਚ ਚਮੜੀ ਦੇ ਰੋਗ ਗਿਣੋ, ਹਾਰਟ ਦੀ ਪ੍ਰੋਬਲਮ ਗਿਣੋ, ਹੋਰ ਬੱਚਿਆਂ ਨੂੰ ਮਾਨਸਿਕ ਜਿਹੜੀ ਸਾਡੇ ਬੱਚਿਆਂ ਦੀ ਡਿਵੈਲਪਮੈਂਟ ਉਹ ਘਟ ਰਹੀ ਆ। ਜੇ ਆਪਾਂ ਬੁੱਢੇ ਨਾਲੇ ਦੀ ਗੱਲ ਕਰੀਏ, ਲੁਧਿਆਣੇ ਦੇ ਸ਼ਹਿਰ ਦੇ ਬੁੱਢੇ ਨਾਲੇ 'ਤੇ ਆਉਣੇ, ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ, ਉਹਨਾਂ ਦੇ ਦੰਦ ਇਸ ਤਰ੍ਹਾਂ ਖਰਾਬ ਹੋਏ ਆ ਜਿਵੇਂ ਆਪਣੇ ਲੱਕੜ ਨੂੰ ਘੁਣਾ ਲੱਗਦਾ। ਚਮੜੀ ਦੇ ਰੋਗ ਉਹਨਾਂ ਲੋਕਾਂ ਦੇ ਨਹੀਂ ਹਟ ਰਹੇ। ਜਦ ਕਿ ਅਸੀਂ ਜਦੋਂ ਦਰਿਆ ਦੇ ਕੰਢੇ 'ਤੇ ਕੀ ਗੱਲ ਦਰਿਆ ਦੀ ਕਰਦੇ ਹਾਂ, ਅੰਮ੍ਰਿਤ ਦੀ ਗੱਲ ਕਰਦੇ ਹਾਂ, ਜਦੋਂ ਖੇਤਾਂ 'ਚ ਨਰਮੇ ਘੁੱਟਦੇ ਸੀ, ਬੁੱਕ ਭਰ ਕੇ ਪਾਣੀ ਖੇਤਾਂ 'ਚ ਪੀ ਲੈਂਦੇ, ਘਰੋਂ ਕਦੇ ਨਹੀਂ ਲੈ ਕੇ ਗਏ ਸੀ। ਪਰ ਅੱਜ ਜੇ ਦਰਿਆ ਦੇ ਕੰਢੇ 'ਤੇ ਬੈਠੇ ਲੋਕ ਉੱਥੋਂ ਦਾ ਪਾਣੀ ਪੀਣਾ ਨਸੀਬ ਨਹੀਂ, ਉਹਨਾਂ ਵਾਸਤੇ ਇੱਕ ਸਰਾਹ ਬਣ ਗਿਆ ਦਰਿਆ, ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਸਾਡੀ ਸਿਹਤ ਦਾ ਕੀ ਹਾਲ ਹੋਏਗਾ। ਉਹ ਕੰਢੇ 'ਤੇ ਬੈਠੇ ਅੱਜ ਪ੍ਰਭਾਵਿਤ ਨੇ, ਅਸੀਂ 2-4 ਸਾਲ ਬਾਅਦ 'ਚ ਹੋ ਜਾਵਾਂਗੇ। ਜਿਹੜਾ ਹੁਣ ਬੁੱਢੇ ਨਾਲ ਦਾ ਪਾਣੀ ਰਾਜਸਥਾਨ ਤੱਕ ਜਾਂਦਾ, ਉੱਥੋਂ ਦੇ ਵੀ 5-6 ਜ਼ਿਲ੍ਹੇ ਪੀਂਦੇ, 5-4 ਆਪਣੇ ਪੀਂਦੇ ਨੇ, ਹੈ ਨਾ। ਇਸ ਘੱਗਰ ਦੀ ਪ੍ਰੋਬਲਮ ਹੈਗੀ ਆ, ਰੁੱਖ ਪੰਜਾਬ 'ਚੋਂ ਖਤਮ ਹੋ ਗਏ, ਸੜਕਾਂ ਖੇਤਾਂ ਸਾਰੇ ਥਾਂ ਤੋਂ, ਜੰਗਲ ਖਤਮ ਹੋ ਰਹੇ ਨੇ, ਕੁਦਰਤੀ ਖੇਤੀ ਆਪਣੀ ਜ਼ਹਿਰ ਵਾਲਾ ਵਰਤਾਰਾ ਜਿਹੜਾ ਵੀਰ ਜੀ ਨੇ ਦੱਸਿਆ ਇਹ ਹੋ ਰਿਹਾ। ਅਸੀਂ ਸਾਰੇ ਪਾਸੋਂ ਹੀ ਇਸ ਪੰਜਾਬ ਦੀ ਧਰਤੀ ਨੂੰ, ਗੁਰੂਆਂ ਦੀ ਬਾਣੀ ਪੜ੍ਹਦੇ ਜ਼ਰੂਰ ਆ, ਪਰ ਗੁਰੂ ਦੀ ਗੱਲ ਮੰਨੀ ਨਹੀਂ ਗੀ। ਪਰ ਇਹ ਸਮਾਂ ਇਹ ਆ ਗਿਆ, ਕੁਦਰਤ ਨੇ ਸਾਨੂੰ ਕਰੋਨਾ ਦੇ ਵਿੱਚ ਕੁਛ ਚੀਜ਼ਾਂ ਦੀ ਮਤਲਬ ਦਿੱਤਾ।
ਜੇ ਹਜੇ ਵੀ ਨਾ ਸੰਭਲੇ, ਜਿਹੜੀ ਅਸੀਂ ਰੁੱਖਾਂ ਦੀ ਅਹਿਮੀਅਤ ਨਹੀਂ ਸਮਝਦੇ ਸੀ, ਜਦੋਂ ਆਮ 10 ਦੀ ਕਿਤਾਬਾਂ ਪੜ੍ਹਿਆ ਜਾਂਦੇ ਵੀ ਇੱਕ ਰੁੱਖ 50 ਸਾਲ 'ਚ ਸਾਨੂੰ ਕੀ ਮਤਲਬ ਦਿੰਦਾ, ਵੀ ਆਕਸੀਜਨ ਕਿੰਨੇ ਦਿੰਦਾ, ਉਹ ਮਿੱਟੀ ਖੋਰਨ ਤੋਂ ਕੀ ਅਸੀਂ ਕਹਿੰਦੇ ਸੀ ਵੀ ਪਤਾ ਨਹੀਂ ਯਾਰ ਸੱਚ ਹੋਊ ਕਿ ਨਹੀਂ। ਪਰ ਜਦੋਂ ਕਰੋਨਾ ਦੇ ਵਿੱਚ ਆਕਸੀਜਨ ਦੀ ਮਹੱਤਤਾ ਦਾ ਪਤਾ ਲੱਗਾ, ਕਰੋੜਾਂ ਅਰਬਾਂ ਪਤੀ ਬੰਦੇ ਜਿਹੜੇ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਲੈ ਕੇ ਗੁਰੂ ਘਰਾਂ ਦੇ ਦਰ ਤੇ ਖੜੇ ਸੀ ਆਕਸੀਜਨ ਲਈ, ਉਦੋਂ ਪਤਾ ਲੱਗਾ ਵੀ ਰੁੱਖਾਂ ਦੀ ਸਾਡੇ ਵਾਸਤੇ ਕੀ ਅਹਿਮੀਅਤ ਆ। ਪਰ ਹੁਣ ਸਮਾਂ, ਪਿਛਲੀ ਉਮਰ ਗਨਾਹੇ ਬੀਤੀ, ਰੱਬ ਦੀ ਭਗਤ ਨਾ ਕੀਤੀ, ਅੱਗੇ ਸੁਧਰ ਚੱਲੋ ਨੰਦ ਲਾਲਾ। ਜੋ ਵੀ ਗਲਤੀਆਂ ਹਰ ਇੱਕ ਨੇ ਕੀਤੀਆਂ, ਮੈਂ ਕਿਸਾਨ ਆ, ਮੈਂ ਵੱਡੇ ਘੇਰੇ ਬਣਾਉਣ ਲਈ ਝੋਨੇ ਦੇ ਖੇਤਾਂ 'ਚ ਦਰਖਤ ਵੱਟੇ, ਖੇਤਾਂ 'ਚ ਇੱਕ ਅੱਧਾ ਦਰਖਤ ਹੁੰਦਾ ਸੀ, ਹੁਣ ਪਰ ਮੈਂ ਆਪਦੇ ਖੇਤ ਚਲਾਉਣੇ ਸ਼ੁਰੂ ਕੀਤੇ ਆ, ਅੱਗ ਖੇਤ 'ਚ ਨਹੀਂ ਬੰਦ ਕੀਤੀ ਆ, ਪਰ ਫਸਲ ਵੀ ਵਧੀਆ ਹੋ ਰਹੀ ਆ, ਰੇਹਾਂ ਵੀ ਘਟਾ ਰਹੇ ਆ। ਸਟੈਪ ਬਾਈ ਸਟੈਪ ਸਾਨੂੰ ਆਪਣੇ ਆਪ ਤੋਂ ਸੁਧਾਰ ਕਰਨਾ ਪਊਗਾ ਜੇ ਬੱਚਿਆਂ ਦਾ ਭਵਿੱਖ ਚਾਹੁੰਦੇ ਹੋ, ਜੇ ਨਸਲ ਦਾ ਭਵਿੱਖ ਚਾਹੁੰਦੇ ਹੋ। ਇਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਕੇ ਸਿਰ ਜੋੜ ਕੇ ਇਸ ਮਿਸ਼ਨ ਤੇ ਕੰਮ ਕਰਨ ਨੂੰ, ਰਾਜਨੀਤਿਕ ਲੋਕਾਂ ਨੂੰ ਮਜਬੂਰ ਕਰਨਾ ਪਊ, ਜਿਹੜਾ ਮੁਕਤ ਖੇਡਦੇ ਆ ਇਹਨਾਂ ਨੂੰ ਅਸਲ ਏਜੰਡੇ ਤੇ ਲਿਆਉਣਾ ਪਊ। ਸਾਨੂੰ ਸਾਰਿਆਂ ਨੂੰ ਜ਼ਰੂਰੀ ਹੈ ਸਿਹਤ। ਜੇ ਸਿਹਤ ਹੋਊਗੀ, ਜਿਵੇਂ ਕਹਿੰਦੇ ਵੀ ਹਾਥੀ ਨਾਲ ਲੜ ਪਏ, ਅਸੀਂ ਇੰਨੀ ਫੌਜ ਨਾਲ ਲੜ ਪਏ, ਅੱਜ ਕੱਲ੍ਹ ਤਾਂ ਜੰਮਦਾ ਦਵਾਈਆਂ ਤੇ ਉਦੋਂ ਗੋਡੇ ਗਿੱਟੇ ਸਾਰੇ ਦੁਖੀ ਜਾਂਦੇ। ਇਸ ਕਰਕੇ ਸਾਨੂੰ ਸਰੀਰ ਨੂੰ ਤੰਦਰੁਸਤ ਬਣਾਉਣੀ, ਤੰਦਰੁਸਤੀ ਵਰਗੀ ਕੋਈ ਅਮੀਰੀ ਨਹੀਂ। ਇਸ ਕਰਕੇ ਸਾਨੂੰ ਸਾਰਿਆਂ ਨੂੰ ਵਾਤਾਵਰਣ ਦਾ ਏਜੰਡਾ 2022 ਦੀਆਂ ਚੋਣਾਂ 'ਚ ਬਣਾਉਣਾ ਪਊ ਤੇ ਰਾਜਨੀਤਿਕ ਲੋਕਾਂ ਨੂੰ ਮਜਬੂਰ ਕਰਨਾ ਪਊ। ਜਿੰਨੇ ਚਿਰ ਸਾਡੇ ਸਿਰ ਨਹੀਂ ਵੱਧਦੇ ਇਸ ਮੰਗਦੇ, ਤੇ ਉਹਨੇ ਚਿਰ ਇਹ ਗੱਲ ਨਹੀਂ ਸੁਣਦੇ। ਜਿਸ ਦਿਨ ਹਰ ਵਰਗ ਤੋਂ ਇਹ ਆਵਾਜ਼ ਉੱਠਣ ਲੱਗ ਪਈ ਸਾਨੂੰ ਸਿਹਤ, ਸਿੱਖਿਆ ਤੇ ਵਾਤਾਵਰਣ ਦੀ ਲੋੜ ਆ, ਉਸ ਦਿਨ ਰਾਜਨੀਤਿਕ ਲੋਕਾਂ ਨੇ ਸਾਡੀ ਗੱਲ ਮੰਨਣ ਵਾਸਤੇ ਤੁਰ ਪੈਣਾ। ਪਰ ਦੇਰ ਸਾਡੀ ਆ, ਇਹ ਮੁਹਿੰਮ ਨੂੰ ਅਸੀਂ ਕਿੰਨੀ ਛੇਤੀ ਉਹਨਾਂ ਦੇ ਵਿੱਚ ਲੈ ਕੇ ਜਾਂਦੇ ਹਾਂ ਜੀ। ਇਸ ਗੱਲ ਨੂੰ ਪਿਆਰੇ ਦਰਸ਼ਕੋ ਸਮਝਣ ਦੀ ਲੋੜ ਆ ਕਿ ਮੱਤੇਵਾੜਾ ਪ੍ਰੋਜੈਕਟ ਪਿਛਲੇ ਜਦੋਂ ਦਾ ਸ਼ੁਰੂ ਹੋਇਆ ਵਾ, ਪਿਛਲੇ 2 ਸਾਲਾਂ ਤੋਂ, ਉਦੋਂ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਿਹਾ। ਇਹਦੇ ਕਾਰਨ ਬਹੁਤ ਸਾਰੇ ਨੇ। ਵਾਤਾਵਰਣ ਦਾ ਇੱਕ ਕਾਰਨ ਤਾਂ ਹੈ ਹੀ ਹੈ, ਪਰ ਨਾਲ ਇਹ ਵੀ ਸਵਾਲ ਉੱਠਦਾ ਕਿ ਸਾਰੀਆਂ ਫੈਕਟਰੀਆਂ ਦਰਿਆਵਾਂ ਦੇ ਕੰਢੇ ਹੀ ਕਿਉਂ ਬਣਾਈਆਂ ਜਾਂਦੀਆਂ ਨੇ। ਦੂਸਰਾ, ਉੱਥੇ ਦਲਿਤ ਭਾਈਚਾਰੇ ਦਾ ਵੀ ਮੁੱਦਾ ਹੈ, ਜਿਨ੍ਹਾਂ ਦੀ ਪੂਰੇ ਦਾ ਪੂਰਾ ਆਸਰਾ ਉਹ ਜ਼ਮੀਨ ਸੀ, ਅਤੇ ਉਸ ਜ਼ਮੀਨ ਦੇ ਵਿੱਚ ਖੇਤੀ ਕਰਦੇ ਹੋਏ ਉਹਨਾਂ ਨੂੰ ਆਬਾਦ ਕੀਤਾ ਸੀ ਗ੍ਰੀਨ ਰੈਵੋਲੂਸ਼ਨ ਨੇ, ਅਤੇ ਹਰੀ ਕ੍ਰਾਂਤੀ ਨੇ ਜਿਸ ਤਰ੍ਹਾਂ ਉਹਨਾਂ ਨੂੰ ਆਬਾਦ ਕਰਕੇ ਬਰਬਾਦ ਕੀਤਾ, ਤੇ ਹਰੀ ਕ੍ਰਾਂਤੀ ਦੇ ਵੀ ਬਹੁਤ ਸਾਰੇ ਇੰਪੈਕਟ ਨੇ ਜਿਨ੍ਹਾਂ ਬਾਰੇ ਆਪਾਂ ਦੱਸ ਸਾਹਿਬ ਕੋਲ ਆਵਾਂਗੇ। ਪਰ ਪਹਿਲਾਂ ਮੱਤੇਵਾੜੇ ਪ੍ਰੋਜੈਕਟ ਬਾਰੇ ਸਮਝਦੇ ਹਾਂ। ਜਸਕੀਰ ਜੀ, ਥੋੜ੍ਹਾ ਜਿਹਾ ਇਹ ਦੱਸੋ ਕਿ ਮੱਤੇਵਾੜਾ ਪ੍ਰੋਜੈਕਟ ਦੇ ਉਹ ਸਾਰੇ ਪੁਆਇੰਟ, ਉਹ ਸਾਰੀਆਂ ਨੁਕਤੇ ਆਪਾਂ ਗਿਣਾਏ, ਪਰ ਉਸ ਦੇ ਬਾਰੇ ਨਾ ਤਾਂ ਕੋਈ ਕਿਸਾਨ ਜਥੇਬੰਦੀ ਬੋਲੀ ਹੈ, ਨਾ ਉਸ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਸਾਡੇ ਕੋਲ ਖਬਰ ਪਹੁੰਚੀ ਹੈ ਕਿ ਉਸ ਦੇ ਬਾਰੇ ਕੁਝ ਨਵੇਂ ਤਰ੍ਹਾਂ ਵਿਚਾਰ ਕੀਤੀ ਜਾ ਰਹੀ ਹੈ। ਤੁਸੀਂ ਵੱਖ-ਵੱਖ ਸੰਬੰਧਿਤ ਮਹਿਕਮਿਆਂ ਨੂੰ ਮਿਲ ਰਹੇ ਸੀ, ਉਹਨਾਂ ਦੀ ਕੀ ਰਿਐਕਸ਼ਨ ਹੈ, ਜਾਂ ਮੱਤੇਵਾੜੇ ਪ੍ਰੋਜੈਕਟ ਨੂੰ ਕੈਂਸਲ ਕਰਨਾ ਤੁਹਾਡੀ ਨਜ਼ਰ ਦੇ ਵਿੱਚ ਕਿਉਂ ਜ਼ਰੂਰੀ ਹੈ? ਦੇਖੋ ਜੀ, ਅਸੀਂ ਕੋਈ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ। ਪਹਿਲੀ ਗੱਲ, ਅਸੀਂ ਚਾਹੁੰਦੇ ਹਾਂ ਕਿ ਜੇ ਇੰਡਸਟਰੀ ਲੱਗੇ, ਇੱਕ ਤਾਂ ਸਾਫ਼ ਸੁਥਰੀ ਲੱਗੇ, ਪ੍ਰਦੂਸ਼ਣ ਵਾਲੀ ਨਾ ਲੱਗੇ। ਦੂਜੀ ਗੱਲ, ਉਹਦੀ ਲੋਕੇਸ਼ਨ ਦੀ ਚੋਇਸ ਜਿਹੜੀ ਹੈ ਉਹ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਜਿੱਥੇ ਥੋੜ੍ਹੀ ਬਹੁਤ ਤੁਹਾਡੀ ਕੋਈ ਇੱਦਾਂ ਦੀ ਸੰਪत्ति ਬਚੀ ਹੈ ਜਿਹੜੀ ਕੁਦਰਤ ਨੇ ਦਿੱਤੀ ਹੋਈ, ਇੰਨਾ ਵਧੀਆ ਕੁਦਰਤ ਦੇ ਦਿੱਤੇ ਹੋਏ ਸਾਡੀਆਂ ਸੁਗਾਤਾਂ ਹੈਗੀਆਂ, ਜਿੱਥੇ ਦਰਿਆ ਨੇ, ਜੰਗਲ ਨੇ, ਉੱਥੇ ਕੰਢੇ 'ਤੇ ਲਿਆ ਕੇ ਤੁਸੀਂ, ਕਿਉਂਕਿ ਤੁਹਾਨੂੰ ਸਸਤੀ ਜ਼ਮੀਨ ਮਿਲ ਗਈ, ਤੁਸੀਂ ਉੱਥੇ ਹੀ ਲਗਾਤੀ। ਇਹ ਸ਼ਾਰਟਕਟ ਮਾਰਨ ਦੀ ਪ੍ਰਵਿਰਤੀ ਜਿਹੜੀ ਸਰਕਾਰਾਂ ਦੀ ਹੈ ਨਾ, ਇਹ ਮਾੜੀ ਹੈ। ਉੱਥੇ ਪ੍ਰਾਪਰਟੀ ਡੀਲਿੰਗ ਸ਼ੁਰੂ ਕਰ ਲੈਂਦੇ ਆ ਤੇ ਉੱਥੇ ਕੰਮ ਖਰਾਬ ਹੋ ਜਾਂਦਾ। ਇੰਡਸਟਰੀ ਲੱਗੇ, ਜ਼ਰੂਰ ਲੱਗੇ, ਪਰ ਮੱਤੇਵਾੜੇ ਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਕਿ ਉਹਦੇ ਵਿੱਚ ਜਿੰਨੇ ਮਹਿਕਮੇ ਹੈਗੇ ਆ, ਉਹ ਜਦੋਂ ਅਸੀਂ ਪਹਿਲੇ ਇਹਨਾਂ ਨਾਲ ਗੱਲ ਕਰਦੇ ਸੀ ਉਦੋਂ ਸਾਨੂੰ ਦੱਸਦੇ ਕੁਝ ਨਹੀਂ ਸੀ। ਉਸ ਤੋਂ ਬਾਅਦ ਜਦੋਂ ਅਸੀਂ NGT ਚਲੇ ਗਏ, NGT ਵੱਲੋਂ ਡਾਇਰੈਕਸ਼ਨਸ ਹੋ ਗਈਆਂ, ਉਸ ਤੋਂ ਬਾਅਦ ਇਹਨਾਂ ਨੇ ਮਾੜਾ ਜਿਹਾ ਇਹ ਤਾਂ ਦੱਸਿਆ ਕਿ ਇਹਦੇ ਨਾਲ ਸਾਡਾ ਪ੍ਰੋਸੈਸ ਡਿਲੇ ਹੋ ਜਾਏਗਾ, ਪਰ ਇਹ ਨਹੀਂ, ਉਹ ਫਿਰ ਵੀ ਕਹਿੰਦੇ ਕਿ ਅਸੀਂ ਇਹ ਤੋਂ ਹਟਾਂਗੇ। ਤੇ ਡਿਪਾਰਟਮੈਂਟਾਂ ਦੇ ਉੱਤੇ ਕਿੱਦਾਂ ਦੇ ਪੋਲੀਟੀਕਲ ਪ੍ਰੈਸ਼ਰ ਨੇ, ਇਹ ਹੁਣ ਅਸੀਂ ਅੰਦਾਜ਼ਾ ਹੀ ਲਗਾ ਸਕਦੇ ਹਾਂ। ਪਰ ਇਹ ਗੱਲਾਂ ਜਿਹੜੀਆਂ ਅੰਦਰ ਦੀਆਂ ਗੱਲਾਂ ਨੇ, ਸਾਨੂੰ ਉਹਦੇ ਬਾਰੇ ਬਹੁਤਾ ਨਹੀਂ ਪਤਾ। ਪਰ ਮਹਿਕਮੇ ਜਿਹੜੇ ਨੇ ਉਹ ਜਾਂ ਤਾਂ ਚੁੱਪ ਵੱਟੀ ਬੈਠੇ ਆ, ਤੇ ਜਾਂ ਉਹ ਸਾਨੂੰ ਜਾਣ ਬੁੱਝ ਕੇ ਘੁਮਾਉਣ ਦੀ ਕੋਸ਼ਿਸ਼ ਕਰਦੇ ਆ, ਗੱਲ ਉਰਲੀ ਪਰਲੀ ਕਰਕੇ, ਉਹ ਮੁੱਦੇ ਤੇ ਹੀ ਨਹੀਂ ਆਉਂਦੇ। ਤੇ ਸਰਕਾਰ ਦਾ ਰਵੱਈਆ ਜਿਹੜਾ ਹੈ ਉਹ ਇਸ ਪੱਖੋਂ ਦੇਖਿਆ ਜਾਵੇ ਤੇ ਕੋਈ ਨਾ ਪੱਖੀ ਹੈ, ਮਤਲਬ ਕੋਈ ਬਹੁਤਾ ਵਧੀਆ ਨਹੀਂ ਰਿਹਾ ਜੀ। ਦਾਸ ਸਾਹਿਬ, ਬੜੀ ਇੰਪੋਰਟੈਂਟ ਗੱਲ ਇਹ ਹੈ ਕਿ ਲੈ ਦੇ ਕੇ ਜਿੰਨੇ ਵੀ ਸੈਮੀਨਾਰ ਹੁੰਦੇ ਨੇ ਜਾਂ ਜਿੰਨੀਆਂ ਵੀ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਨੇ, ਹਾਲਾਂਕਿ ਸੁਪਰੀਮ ਕੋਰਟ ਨੇ ਪੋਲਿਊਸ਼ਨ ਵਾਲੇ ਮਾਮਲੇ ਦੇ ਵਿੱਚ ਵੀ ਝਾੜ ਪਾ ਕੇ ਕਹਿ ਦਿੱਤਾ ਕਿ ਜਿਹੜੇ ਸਭ ਤੋਂ ਘੱਟ ਜ਼ਿੰਮੇਵਾਰ ਹੈ, ਤੁਸੀਂ ਉਹਨਾਂ ਨੂੰ ਸਭ ਤੋਂ ਵੱਡੇ ਦੋਸ਼ੀ ਬਣਾ ਰਹੇ ਹੋ, ਤੇ ਕਿਸਾਨਾਂ ਨੂੰ ਉਹਨਾਂ ਕਿਹਾ ਵੀ ਹੋਰ ਪ੍ਰਦੂਸ਼ਣ ਦੇ ਵੱਡੇ ਕਾਰਨ ਹੈਗੇ ਨੇ। ਪਰ ਯੂਨੀਵਰਸਿਟੀਆਂ ਹੀ ਕਹਿੰਦੀਆਂ ਸੀ ਕਿ ਧਰਤੀ ਦੀ ਗੁਣਵੱਤਾ ਵਧੇਗੀ, ਅੱਗ ਲਾਇਆ ਕਰੋ। ਯੂਨੀਵਰਸਿਟੀਆਂ ਨੇ ਕਿਹਾ ਸਫੈਦੇ ਲਾਇਆ ਕਰੋ। ਯੂਨੀਵਰਸਿਟੀਆਂ ਨੇ ਤਾਂ ਚਿੜੀ ਨੂੰ ਵੀ ਦੁਸ਼ਮਣ ਪੰਛੀ ਬਣਾ ਦਿੱਤਾ। ਪਾਲਿਸੀ ਦੇ ਅੰਦਰ ਇੰਨਾ ਵੱਡਾ ਲੂਪ ਹੋਲ ਕਿਉਂ ਹੋ ਜਾਂਦਾ ਆ? ਤੁਹਾਡੇ ਮੁਤਾਬਕ ਕੀ ਕਾਰਨ ਹੈ? ਕਿਉਂਕਿ ਇਹ ਗੱਲਾਂ ਤੇ ਉਹ ਵੀ ਜਾਣਦੇ ਨੇ। ਨਹੀਂ, ਇਹ ਪਾਲਿਸੀ ਨਹੀਂ, ਇਹ ਵਿਜ਼ਨ ਦੀ ਗੱਲ ਹੈ। ਇਹ ਵਿਜ਼ਨ ਜਿਹੜਾ ਹੈਗਾ ਬੋਰੋਡ ਵਿਜ਼ਨ ਹੈਗਾ, ਜਿਹਦੀ ਜੜ੍ਹਾਂ ਪੰਜਾਬ ਜਾਂ ਦੇਸ਼ 'ਚ ਨਹੀਂ ਹੈਗੀਆਂ, ਭਾਰਤ 'ਚ ਨਹੀਂ ਹੈਗੀਆਂ। ਇਹ ਤੁਸੀਂ ਪੂਰਾ ਵੈਸਟਰਨ ਜਿਹੜਾ ਥਾਟ ਪ੍ਰੋਸੈਸ ਹੈ, ਸਾਇੰਸ ਦੀ ਅਪਰੋਚ ਹੈ, ਨੇਚਰ ਨੂੰ ਦੇਖਣ ਦੀ ਅਪਰੋਚ ਹੈ, ਤੁਸੀਂ ਉਹ ਲੈ ਕੇ ਆਏ ਹੋ, ਔਰ ਉਹਨੂੰ ਤੁਸੀਂ ਲੈ ਕੇ ਇੱਥੇ ਉੱਤੇ ਧੱਕੇ ਨਾਲ
ਸੁਪਰ ਇੰਪੋਜ਼ ਕਰਤਾ ਹੈ ਚੱਕ ਕੇ। ਇਹ ਉਹਦੇ ਕਰਕੇ ਗੜਬੜ ਹੋਈ ਹੈ। ਤੁਸੀਂ ਨਦੀਆਂ ਦੀ ਗੱਲ ਜਸਕੀਰਤ ਜੀ ਨਾਲ ਕਰ ਰਹੇ ਸੀ, ਸਾਡੇ ਇੱਥੇ ਨਦੀਆਂ ਦੇ ਨਾਲ ਜਿਹੜਾ ਨਦੀਆਂ ਤਾਲ ਨਾਮ ਦੀ ਇੱਕ ਪੂਰਾ ਕਨਸੈਪਟ ਸੀ, ਜਿਹਨੂੰ ਅਸੀਂ ਅੱਜ ਕੱਲ੍ਹ ਫਲੱਡ ਪਲੇਨ ਕਹਿੰਦੇ ਹਾਂ। ਔਰ ਉਸ ਫਲੱਡ ਪਲੇਨ ਦੇ ਅੰਦਰ ਵੀ ਕੋਈ ਜਿਹਨੂੰ ਕਹਿੰਦੇ ਟੱਟੀ ਪਿਸ਼ਾਬ ਕਰਨ ਨਹੀਂ ਜਾ ਸਕਦਾ ਸੀ, ਪ੍ਰਤੀਬੰਧ ਹੁੰਦਾ ਸੀ। ਅਗਰ ਕਦੀ ਜਾਂਦਾ ਸੀ ਤੇ ਉਹ ਜੁਰਮਾਨਾ ਲੱਗਦਾ ਸੀ ਉਹਨੂੰ। ਔਰ ਕੁਝ ਏਰੀਏ ਤਾਂ ਐਸੇ ਸੀ ਜਿੱਥੇ ਗਾਵਾਂ ਪਸ਼ੂ ਵੀ ਨਹੀਂ ਲੈ ਕੇ ਜਾਂਦੇ ਸੀ, ਕਿਉਂਕਿ ਉਹ ਵੀ ਮਲ ਮੂਤਰ ਕਰਨਗੇ। ਇਹ ਸਾਰਾ ਕੁਝ ਸੀ ਇਹਦੇ 'ਚ। ਇੱਕ ਤਾਂ ਨਦੀਆਂ ਨੂੰ ਤਾਂ ਆਪਾਂ ਸੀਵਰ ਬਣਾਤਾ ਕਿ ਉਹ ਸਾਰਾ ਕੁਝ ਢੋਣਗੀਆਂ। ਔਰ ਇਹ ਨਦੀਆਂ ਜਿਹੜੀਆਂ ਜੋ ਅੰਗਰੇਜ਼ ਆਏ, ਇਹ ਸਾਰਾ ਕਦੋਂ ਆਇਆ? ਬ੍ਰਿਟਿਸ਼ਰਸ ਨੇ ਸਾਰਾ ਕੁਝ ਕਿੰਨਾ ਸ਼ੁਰੂ ਕੀਤਾ। ਉਹਨਾਂ ਕੋਲ ਨਦੀਆਂ ਅਲੱਗ ਤਰ੍ਹਾਂ ਦੀਆਂ ਸੀ, ਉਹਨੇ ਇੰਨੀ ਵੱਡੀ ਕਦੀ ਜ਼ਿੰਦਗੀ 'ਚ ਨਦੀਆਂ ਦੇਖੀਆਂ ਹੀ ਨਹੀਂ ਸੀ। ਇਸ ਕਰਕੇ ਅਸੀਂ ਉਹ ਸਾਰਾ ਬਹੁਤ ਕੁਝ ਅਸੀਂ ਇਹ ਮਿਲਦਾ ਕਿ ਇਹਦੇ 'ਚ ਨਾ ਮੈਨੂੰ ਪਤਾ ਨਹੀਂ ਦਰਸ਼ਕਾਂ ਨੂੰ ਕਿਵੇਂ ਲੱਗੇਗਾ। ਧਰਮਪਾਲ ਜੀ ਦੀ ਜਿਹੜੀ ਕਿਤਾਬ ਹੈਗੀ ਹੈ ਸਾਇੰਸ ਐਂਡ ਟੈਕਨੋਲੋਜੀ 18th ਸੈਂਚੁਰੀ, ਉਹ ਹੈ ਜਾਂ ਹੋਰ ਇੱਥੇ ਪੂਰਾ ਕੰਮ ਕੀਤਾ ਹੋਇਆ ਉਹਨਾਂ ਨੇ। ਸਾਨੂੰ ਪੜ੍ਹਨੀ ਚਾਹੀਦੀ, ਜਾਣਨਾ ਚਾਹੀਦਾ ਹੈਗਾ। ਹਿੰਦੁਸਤਾਨ 'ਚ ਬੜਾ ਅਲੱਗ ਤਰ੍ਹਾਂ ਦਾ ਕਨਸੈਪਟ ਸੀ ਨਦੀਆਂ ਦੇ ਬਾਰੇ ਵੀ। ਉਹੀ ਗੱਲ ਖੇਤੀ 'ਚ ਹੈ, ਸੇਮ ਪ੍ਰੋਬਲਮ ਖੇਤੀ 'ਚ ਆ ਗਈ ਹੋਈ ਹੈ। ਪਰ ਆਪਾਂ ਅੰਗਰੇਜ਼ਾਂ ਤੇ ਪੱਲਾ ਤੇ ਨਹੀਂ ਝਾੜ ਸਕਦੇ। 70 ਸਾਲ ਤੋਂ ਉੱਪਰ ਹੋ ਗਏ ਆਜ਼ਾਦੀ ਨੂੰ। ਹੁਣ ਸਰਕਾਰ ਦੀ ਕੀ ਹੈ? ਕਿਉਂਕਿ ਅੰਗਰੇਜ਼ਾਂ ਤੇ ਪੱਲਾ ਕੋਈ ਨਹੀਂ ਪੱਲਾ ਝਾੜ ਰਿਹਾ। ਤੁਸੀਂ ਅੰਗਰੇਜ਼ੀਅਤ ਜ਼ਹਿਨੀਅਤ ਲੈ ਕੇ ਆਏ ਨਾ। ਐਜੂਕੇਸ਼ਨ 'ਚ ਤਾਂ ਉਹੀਓ ਲਾਰਡ ਮੈਕਾਲੇ ਦਾ ਭੂਤ ਲਟਕਿਆ ਹੋਇਆ ਉਲਟਾ। ਇਹ ਅਗਰ ਲਾਰਡ ਮੈਕਾਲੇ ਦਾ ਭੂਤ ਕਿਤੇ ਅਗਰ ਪ੍ਰੇਤ ਹੈਗਾ ਤੇ ਉਹ ਪ੍ਰੇਤ ਪਾਇਆ ਜਾਂਦਾ ਹਿੰਦੁਸਤਾਨ ਦੀ ਯੂਨੀਵਰਸਿਟੀਆਂ ਦੇ ਵਿੱਚ। ਉੱਥੇ ਉਹ ਪ੍ਰੇਤ ਲਟਕਿਆ ਹੋਇਆ, ਉੱਥੋਂ ਤੋਂ ਬਾਹਰ ਨਹੀਂ ਕੱਢਿਆ ਉਹਨੇ। ਇਹਦੇ ਕਰਕੇ ਤੁਸੀਂ ਪੂਰਾ ਡਿਵੈਲਪਮੈਂਟ ਦਾ ਪੂਰਾ ਥਾਟ ਹੈ। ਅੱਜ ਕੱਲ੍ਹ ਮੈਂ ਤਾਂ ਉਸ ਨੂੰ ਫਰਦਰ ਲੈ ਕੇ ਜਾਵਾਂਗਾ। ਇਹ ਜਿਹੜਾ ਪੰਜਾਬ ਦਾ ਕ੍ਰਾਈਸਿਸ ਹੈ, ਇੰਡੀਆ ਦਾ ਕ੍ਰਾਈਸਿਸ ਹੈ, ਇਟ ਇਜ਼ ਅ ਬੇਸਿਕਲੀ ਸਿਵਲਾਈਜੇਸ਼ਨਲ ਕ੍ਰਾਈਸਿਸ। ਵੈਲਿਊਜ਼ ਖਤਮ ਹੋ ਗਈਆਂ। ਜਿਹਦੀ ਬੰਦੇ ਦੀ ਵੈਲਿਊਜ਼ ਜਾਗਰਤ ਹੁੰਦੀਆਂ ਨੇ, ਉਵੇਂ ਪੇੜ ਨਹੀਂ ਵੱਢੇਗਾ, ਉਵੇਂ ਨਦੀ ਤੇ ਪਾਣੀ ਖਰਾਬ ਨਹੀਂ ਕਰੇਗਾ। ਉਹ ਉਹਦੇ ਅੰਦਰ ਇੱਕ ਸਪਿਰਿਚੁਅਲਿਟੀ ਦੇਖੇਗਾ, ਉਹਦੇ ਇੱਕ ਦਿਵਯਤਾ ਦੇਖੇਗਾ, ਇੱਕ ਰੂਹਾਨੀਅਤ ਦੇਖੇਗਾ, ਉਹਨੂੰ ਉਹਦੇ 'ਚ ਰੱਬ ਦਾ ਸਰੂਪ ਦੇਖੇਗਾ ਉਹਦੇ ਵਿੱਚ। ਤੁਸੀਂ ਅੱਜ ਐਜੂਕੇਸ਼ਨ ਦੇ ਰਹੇ ਹੋ, ਉਸ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਤੁਸੀਂ ਪੁਸ਼ ਕੀ ਕਰ ਰਹੇ ਹੋ ਕਿ ਤੂੰ ਜ਼ਿਆਦਾ ਤੋਂ ਜ਼ਿਆਦਾ ਕਮਾ, ਪੇ ਪੈਕੇਜ ਲੈ, ਪਲੇਸਮੈਂਟ। ਅਸੀਂ ਜਗ੍ਹਾ ਜਗ੍ਹਾ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਪਲੇਸਮੈਂਟ ਸੈੱਲ ਬਣਾਤੇ ਹੈ। ਪਲੇਸਮੈਂਟ ਸੈੱਲ ਮਤਲਬ ਹੈਗਾ ਇਸ ਸਮਾਜ ਦੀ ਮੌਤ। ਔਰ ਬੜੀ ਡੈਥ ਸਲੋ ਹੈ। ਅਗਰ ਪਲੇਸਮੈਂਟ ਸੈੱਲ ਹੁੰਦਾ ਤਾਂ ਫਿਰ ਕਾਲੂ ਮਹਿਤਾ ਜੀ ਨੇ ਤੇ ਬਾਬੇ ਨਾਨਕ ਨੂੰ ਪਲੇਸ ਕੀਤਾ ਸੀ ਉਹ ਵਪਾਰ ਵਿੱਚ, ਫਿਰ ਤਾਂ ਉੱਥੇ ਪਲੇਸ ਹੋ ਜਾਂਦੇ। ਉਹ ਬਾਬਾ ਗੁਰੂ ਨਾਨਕ ਦੇਵ ਤਾਂ ਇੱਕ ਅੱਛਾ ਵਪਾਰੀ ਹੋ ਜਾਂਦਾ। ਉਹ ਤਾਂ ਸੱਚਾ ਸੌਦਾ ਕਰਕੇ ਆਇਆ, ਡਿਸਪਲੇਸ ਹੋਇਆ ਨਾ। ਬਾਬਾ ਨਾਨਕ ਪਲੇਸ ਸੀ ਕਿ ਡਿਸਪਲੇਸ ਸੀ? ਡਿਸਪਲੇਸ ਸੀ। ਕਬੀਰ ਜੀ ਕੀ ਸੀ? ਪਲੇਸ ਸੀ ਕਿ ਡਿਸਪਲੇਸ ਸੀ? ਭਗਤ ਸਿੰਘ ਕੀ ਸੀ? ਚੰਦਰ ਸ਼ੇਖਰ ਆਜ਼ਾਦ ਕੀ ਸੀ? ਜੇ ਇਲਾਹਾਬਾਦ ਯੂਨੀਵਰਸਿਟੀ 'ਚ ਉਦੋਂ ਪਲੇਸਮੈਂਟ ਸੈੱਲ ਹੁੰਦਾ, ਉਹ ਚੰਦਰ ਸ਼ੇਖਰ ਆਜ਼ਾਦ ਨੂੰ ਕਹਿੰਦਾ ਤੂੰ BA ਕੀਤੀ ਆ, ਚੱਲ ਤੇਰੀ ਪਲੇਸਮੈਂਟ, ਤੈਨੂੰ ਬਣਾਤਾ ਕਲਰਕ ਫਲਾਣੀ ਥਾਂ 'ਤੇ। ਪਰ ਤਾਂ ਕੋਈ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨਾ ਹੁੰਦਾ, ਉਹ ਯਾਰ ਭਗਤ ਸਿੰਘ ਨਾ ਹੁੰਦਾ। ਇਹ ਬਹੁਤ ਵਿਆਪਕ ਚੀਜ਼ ਹੈ। ਆਪਾਂ ਜਦੋਂ ਟੁਕੜਾ ਫੜ ਰਹੇ ਹਾਂ, ਉਹਦਾ ਇੱਕ ਟੁਕੜਾ ਫੜ ਰਹੇ ਹਾਂ। ਇਹ ਵਿਆਪਕ ਕ੍ਰਾਈਸਿਸ ਹੈ, ਵੱਡਾ ਕ੍ਰਾਈਸਿਸ ਹੈ ਸਮਾਜ ਦਾ। ਇਟ ਇਜ਼ ਸਿਵਲਾਈਜੇਸ਼ਨ, ਸੱਭਿਅਤਾਮੂਲਕ ਸੰਕਟ ਹੈ ਪੰਜਾਬ ਦੇ ਵਿੱਚ ਖਾਸ ਤੌਰ 'ਤੇ। ਔਰ ਉਹਦੇ ਵਿੱਚੋਂ ਖੇਤੀ ਦੇ ਪੱਖ 'ਤੇ ਮੈਂ ਗੱਲ ਕਰ ਰਿਹਾ ਵਾਂ। ਖੇਤੀ ਵਿੱਚ ਵੀ ਉਹੀ ਆ ਗਿਆ। ਔਰ ਤੁਹਾਨੂੰ ਇਸ ਕਰਕੇ ਕਿਸਾਨ ਨੂੰ ਪ੍ਰੋਫਿਟ ਚਾਹੀਦਾ। ਪ੍ਰੋਫਿਟ ਚਾਹੀਦਾ ਤੇ ਉਹ ਅੱਗ ਵੀ ਲਾਏਗਾ, ਪੇੜ ਵੀ ਵੱਢੇਗਾ, ਪੈਸਟੀਸਾਈਡ ਵੀ ਪਾਏਗਾ, ਹਰਬੀਸਾਈਡ ਵੀ ਪਾਏਗਾ, ਉਹਨੂੰ ਕੋਈ ਚਿੰਤਾ ਹੀ ਨਹੀਂ ਹੈਗੀ। ਔਰ ਸਰਕਾਰਾਂ ਨੇ ਵੀ ਉਹ ਸਟਰਕਚਰ ਕਰ ਲਿਆ। ਦੂਜਾ ਕੀ ਹੈਗਾ, ਦਿਮਾਗੀ ਦਿਵਾਲੀਆਪਨ ਬਹੁਤ ਜਗ੍ਹਾ ਹੈਗਾ। ਇੰਡੀਆ ਦੇ ਜਿਹੜੇ ਇੰਸਟੀਚਿਊਟਸ ਗਵਰਨਮੈਂਟ ਨੇ ਬਣਾਏ ਚਲਾਏ ਜੋ ਵੀ ਹੈ, ਉਹ ਪਲੈਨਿੰਗ ਕਮਿਸ਼ਨ ਸੀ, ICAR ਸੀ, ਜੋ ਵੀ ਸੀ, ਉਹ ਵੀ ਦੋਸ਼ੀ ਨੇ। ਸਰਕਾਰਾਂ ਦੋਸ਼ੀ ਹੈ, ਪੋਲੀਟੀਕਲ ਪਾਰਟੀਆਂ ਦੋਸ਼ੀ ਹੈ। ਪੋਲੀਟੀਕਲ ਪਾਰਟੀਆਂ ਦਿਮਾਗੀ ਤੌਰ 'ਤੇ ਦਿਵਾਲੀਆ ਹਨ। ਅੱਜ ਜਿਹੜੇ ਪੋਲੀਟੀਸ਼ੀਅਨ ਨੇ, ਬੁਰਾ ਨਾ ਮੰਨੇ, 99.9% ਜਿਹੜੇ ਪੋਲੀਟੀਸ਼ੀਅਨ ਨੇ ਉਹ ਮੈਂਟਲੀ ਬੈਂਕਰਪਟ ਨੇ। ਉਹਨਾਂ ਕੋਲ ਕੋਈ ਜਿਹੜੀ ਹੈਗੀ ਹੈ ਕਨਵਿਕਸ਼ਨ ਨਹੀਂ ਹੈਗੀ, ਕਲੈਰਿਟੀ ਨਹੀਂ ਹੈਗੀ ਕਿਸੇ ਮੁੱਦੇ ਦੀ, ਉਹ ਹੈ। ਔਰ ਤੁਸੀਂ ਇਸ ਕੈਰੀਅਰ ਦੀ ਦੌੜ ਦੇ ਵਿੱਚੋਂ ਤੁਸੀਂ IAS ਤਿਆਰ ਕੀਤੇ ਨੇ, ਉਹ ਬਿਊਰੋਕਰੇਟਸ ਨੇ, ਉਹੀਓ ਕਬਜ਼ਾ ਕਰਕੇ ਬੈਠਦੇ ਨੇ। ਸੋ ਇਹ ਇੱਕ ਵੱਡਾ ਸੰਕਟ ਹੈਗਾ। ਉਹਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਆਪਾਂ ਫੜ ਕੇ ਗੱਲ ਕਰ ਰਹੇ ਹਾਂ। ਤੁਸੀਂ ਹੈਲਥ ਦੇ ਵਿੱਚ ਚਲੇ ਜਾਓਗੇ, ਤੁਹਾਨੂੰ ਉਹੀਓ ਮਿਲੇਗਾ। ਐਜੂਕੇਸ਼ਨ ਚਲੇ ਜਾਓਗੇ, ਤੁਹਾਨੂੰ ਮਿਲੇਗਾ। ਇਹ ਸਾਰੀ ਜਗ੍ਹਾ ਇਹ ਕ੍ਰਾਈਸਿਸ ਹੈ। ਕਿਉਂ? ਅਸੀਂ ਜੋ ਡਿਵੈਲਪਮੈਂਟ ਦਾ ਮਾਡਲ ਅਡਾਪਟ ਕੀਤਾ, ਅਸੀਂ ਜੋ ਚੀਜ਼ਾਂ ਨੂੰ ਲੈ ਕੇ ਆਏ ਹਾਂ, ਉਹ ਸਾਡੇ ਲਈ ਜਿਹੜੀਆਂ ਨੇ ਓਪਰੀਆਂ ਨੇ। ਔਰ ਇੱਕ ਓਪਰੀ ਚੀਜ਼ ਨੂੰ ਲੈ ਕੇ ਅਸੀਂ ਇੱਥੇ ਇੰਪਲਾਂਟ ਕਰਤਾ ਹੈਗਾ, ਉਹ ਨਹੀਂ ਚੱਲੇਗੀ। ਸਾਡੇ ਅੰਦਰੋਂ ਨਿਕਲੇਗਾ ਅਗਰ ਤਾਂ ਠੀਕ ਨਿਕਲੇਗਾ। ਇਸ ਕਰਕੇ ਖੇਤੀ ਦਾ ਮਾਡਲ ਵੀ ਸਾਨੂੰ ਸਾਡੀ ਜੜ੍ਹਾਂ ਵਾਲਾ ਦੇਖਣਾ ਚਾਹੀਦਾ। ਔਰ ਉਹ ਤਾਂ ਹੀ ਹੋਏਗਾ, ਇੱਕ ਵਿਆਪਕ ਬਦਲਾਅ ਲਿਆਉਣਾ ਪਏਗਾ। ਜੜ੍ਹਾਂ ਵੱਲ ਵੇਖਣ ਦੇ ਲਈ ਫਿਰ ਜੜ੍ਹਾਂ ਨਾਲ ਜੁੜਨਾ ਪਏਗਾ। ਜੜ੍ਹਾਂ ਨਾਲ ਜੁੜਨ ਦੇ ਲਈ ਫਿਰ ਸਾਨੂੰ ਉਸ ਪਿੰਡ ਲੈਵਲ 'ਤੇ ਸਭ ਤੋਂ ਨਿੱਕੀ ਇਕਾਈ ਦੇ ਵਿੱਚ ਆਪਣੀਆਂ ਚੀਜ਼ਾਂ ਨੂੰ ਧਿਆਨ ਕੇਂਦਰਿਤ ਕਰਨਾ ਪਏਗਾ। ਪਰ ਪਿੰਡ ਲੈਵਲ 'ਤੇ ਕੀ ਹੁੰਦਾ ਆ ਕਿ ਪਿੰਡ ਲੈਵਲ 'ਤੇ ਇੱਕ ਨਵੀਆਂ ਜਾਤਾਂ ਖੜੀਆਂ ਕੀਤੀਆਂ ਜਾਂਦੀਆਂ, ਬੰਦੇ ਪਾਰਟੀ ਆਪਸ ਦੇ ਵਿੱਚ ਬਣ ਕੇ ਲੜ ਰਹੇ ਨੇ।
ਇਸ ਦੇ ਵਿੱਚ ਤੁਹਾਡਾ ਜਿਹੜਾ ਪੂਰਾ ਮਕਸਦ ਹੈ ਕਿ ਇੱਕ ਗ੍ਰੀਨ ਮੈਨੀਫੈਸਟੋ ਬਣੇ। ਗ੍ਰੀਨ ਮੈਨੀਫੈਸਟੋ ਦੇ ਅੰਦਰ ਜੰਗਲ ਦੀ ਗੱਲ ਹੈ, ਮੱਤੇਵਾੜਾ ਪ੍ਰੋਜੈਕਟ ਦੀ ਗੱਲ ਹੈ, ਕੁਦਰਤੀ ਖੇਤੀ ਦੀ ਗੱਲ ਹੈ, ਘੱਗਰ ਦੀ ਗੱਲ ਹੈ, ਸਤਲੁਜ ਦੀ ਗੱਲ ਹੈ, ਉਸ ਦੇ ਵਿੱਚ ਪੂਰੀ ਆਬੋ ਹਵਾ ਦੀ ਗੱਲ ਹੈ, ਉਸ ਦੇ ਵਿੱਚ ਪਾਣੀਆਂ ਦੀ ਗੱਲ ਹੈ। ਇਹ ਸਾਰੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਕਿਸ ਤਰ੍ਹਾਂ ਦੀ ਰੂਪਰੇਖਾ ਤੁਹਾਡੀ ਮੰਨੇਗੀ ਜਾਂ ਕਿਸ ਤਰ੍ਹਾਂ ਦੀ ਰੂਪਰੇਖਾ ਤੁਸੀਂ ਰੱਖੋਗੇ? ਕਿਉਂਕਿ ਇਹ ਮੈਨੀਫੈਸਟੋ ਜਿੱਥੋਂ ਤੱਕ ਮੇਰੇ ਯਾਦ ਹੈ ਤੁਸੀਂ ਹਰ ਟਰਮ ਦੇ ਵਿੱਚ ਰੱਖਦੇ ਹੋ, ਪਰ ਸਰਕਾਰ ਤਾਂ ਫਿਰ ਵੀ ਘੇਸਲ ਵੱਟ ਜਾਂਦੀ ਆ। ਦੇਖੋ ਜੀ, ਜਿਹੜੇ ਲੰਮੇ ਸਮੇਂ ਤੋਂ ਵੱਖ-ਵੱਖ ਸੰਸਥਾਵਾਂ ਵੱਲੋਂ ਇਹ 'ਤੇ ਯਤਨ ਹੁੰਦੇ ਆ, ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਹਾਲਾਤਾਂ ਦੇ ਹਿਸਾਬ ਨਾਲ ਕੁਦਰਤ ਸਾਨੂੰ ਬਹੁਤ ਕੁਝ ਸਿਖਾ ਦਿੰਦੀ ਆ। ਪਿਛਲੇ ਸਮੇਂ ਦੌਰਾਨ ਦੇਖ ਲਈਏ ਕੋਈ ਜਿਵੇਂ ਬਾਬਾ ਸੀਚੇਵਾਲ ਸਾਹਿਬ ਹੋ ਗਿਆ, ਮਹਿੰਦਰ ਦਾਤੀ ਜਾਂ ਹੋਰ ਸੰਸਥਾਵਾਂ ਜਿਹੜੇ ਨਿੱਕੇ ਪੱਧਰ 'ਤੇ ਇਹ ਕਾਰਜ ਕਰਦੀਆਂ ਸੀ, ਪਰ ਜਿੰਨੇ ਚਿਰ ਉਹੀ ਆਪਾਂ ਗੱਲ ਕੀਤੀ ਆ ਵੀ ਗਰਾਊਂਡ ਲੈਵਲ ਤੋਂ, ਪਿੰਡ ਲੈਵਲ ਤੋਂ ਸਟਾਰਟ ਹੋ ਕੇ ਵੱਡੇ ਪੱਧਰ ਤੱਕ ਇਹ ਆਵਾਜ਼ ਨਹੀਂ ਉੱਠਦੀ, ਉਹਨੇ ਚਿਰ ਰਾਜਨੀਤਿਕ ਲੋਕਾਂ ਦੇ ਏਜੰਡੇ ਤੇ ਨਹੀਂ ਆਉਂਦਾ। ਉਹ ਮੰਗ ਪੱਤਰ ਫੜ ਲੈਂਦੇ ਨੇ ਜਾਂ ਉਹ ਵਿਚਾਰ ਚਰਚਾ 'ਚ ਆ ਜਾਂਦੇ ਨੇ, ਮੁੜ ਕੇ ਉੱਥੇ ਦਾ ਉੱਥੇ ਆ। ਹੁਣ ਆਪਾਂ ਦੇਖਦੇ ਹਾਂ ਪਿਛਲੇ ਲੰਮੇ ਸਮੇਂ ਤੋਂ, ਜੇ ਅਸੀਂ ਬੁੱਢੇ ਨਾਲੇ 'ਤੇ ਕੰਮ ਕਰਦੇ ਹਾਂ, ਅਸੀਂ ਦਿੱਲੀ ਜਾ ਕੇ ਮੀਟਿੰਗਾਂ ਵੀ ਕੀਤੀਆਂ, ਫੈਕਟਰੀਆਂ ਨੂੰ ਤਾਲੇ ਵੀ ਲਵਾਏ, ਠੀਕ ਹੋ ਖੋਲ੍ਹਦੇ, ਜੁਰਮਾਨੇ ਵੀ ਹੋਏ। ਜੇ ਰੁੱਖਾਂ ਦੀ ਗੱਲ ਕਰੀਏ, ਜੇ ਆਪਾਂ ਮਤਲਬ ਫਰੀਦਕੋਟ ਸ਼ੂਗਰ ਮਿੱਲ ਦੇ ਵਿੱਚ ਰੁੱਖ ਪੱਟੇ ਜਾ ਰਹੇ ਸੀ, ਜੇ ਆਪਾਂ ਨਾ ਬੋਲਦੇ ਤਾਂ ਸਾਰੇ ਪੱਟੇ ਨੇ। 1000 ਰੁੱਖ ਰੌਲਾ ਪਾਉਣ ਤੋਂ ਬਾਅਦ ਜਿਹੜੇ 40 ਸਾਲ ਦੇ ਪੁਰਾਣੇ ਆ, ਉਹ ਆਪਾਂ NGT 'ਚ ਅਪਰੋਚ ਕੀਤੀ ਮਾਨਯੋਗ ਅਰੋੜਾ ਸਾਹਿਬ ਦੇ ਰਾਹੀਂ, ਉਹ ਰਖਵਾਏ। ਉਸ ਤੋਂ ਬਾਅਦ ਸੜਕਾਂ ਦੇ ਰੁੱਖ ਲਵਾਏ ਵੀ, ਤੇ ਉਹ ਅੱਗੇ ਤਾਂ ਹੁੰਦੇ ਸੀ ਮਹਿਕਮਾ ਜਿਵੇਂ ਮਤਲਬ ਰੁੱਖ ਲਾ ਦਿੰਦਾ ਸੀ, ਖਾਨਾ ਪੂਰਤੀ ਫੋਟੋ ਵਾਲੀ ਹੋ ਗਈ। ਇੱਕ ਤਾਂ ਜਾਗਰੂਕਤਾ ਆਈ ਆ, ਇੱਕ ਸਾਨੂੰ ਹੁਣ ਕਾਨੂੰਨ ਜਾਂ ਅਦਾਲਤਾਂ ਸਾਨੂੰ ਸਪੋਰਟ ਦੇਣ ਲੱਗੀਆਂ। ਹੁਣ ਹਰੀਕਿਆਂ ਤੋਂ ਲੈ ਕੇ ਗੋਨਿਆਣੇ ਤੱਕ 96,000 ਰੁੱਖ ਲੱਗਾ। ਅੱਛਾ, ਅੱਗੇ ਉਹ ਰੁੱਖ ਲੱਗਦਾ ਸੀ, ਕੰਪਨੀ ਨੇ ਲਾਇਆ ਵੀ ਸ਼ੇਪ 'ਚ ਬੜਾ ਹਟਵਾਂ, ਤੇ ਹੁਣ ਮਤਲਬ 96,000 19 ਥਾਂ 'ਤੇ ਹੋਰ ਰੁੱਖ ਪੈ ਗਿਆ 19 ਕਿਲੋਮੀਟਰ ਦੇ ਵਿੱਚ। ਪਰ ਹੁਣ ਕੀ ਹੋ ਰਿਹਾ ਵੀ ਰੁੱਖ ਲਾ ਰਹੇ, ਟਾਹਲੀ ਲੱਗੀ ਰਵਾਇਤੀ ਰੁੱਖ, ਡੇਕਾ ਨਿੰਮਾ। ਦੂਸਰਾ, ਰੁੱਖਾਂ ਨੂੰ ਉਹਨਾਂ ਦੇ ਨਾਲ ਪਾਣੀ ਪਾਉਣ ਆ ਰਹੇ ਆ, ਨਾਲ ਉਹਨਾਂ ਦੀ ਸਫਾਈ ਕਰ ਰਹੇ ਆ, ਪਸ਼ੂ ਡੰਗਰ ਵਾਲੇ ਨੂੰ ਹਟਾ ਰਹੇ ਆ। ਪਹਿਲਾਂ ਇਹ ਹੁੰਦਾ ਸੀ ਵੀ ਜਦੋਂ ਕੋਈ ਪ੍ਰੋਜੈਕਟ ਬਣ ਗਿਆ ਕਿਰਾਂ ਤੁਸੀਂ ਲਾ ਦਿਓ, ਕਾਗਜ਼ਾਂ 'ਚ ਪ੍ਰੋਜੈਕਟ ਚੱਲਦਾ। ਪਰ ਜੇ ਲੋਕ ਜਾਗਦੇ ਆ ਤੇ ਸਰਕਾਰਾਂ ਅਫਸਰਸ਼ਾਹੀ ਕੰਮ ਕਰਦੀ ਆ, ਸਾਨੂੰ ਆਪਣੇ ਆਪ ਤੋਂ ਸ਼ੁਰੂ ਕਰਨਾ ਪਊਗਾ। ਜੇ ਹੁਣ ਆਪਾਂ ਖੇਤੀ ਕਰਦੇ ਆ, ਖੇਤ ਦੇ ਮੋਟਰ ਦੇ ਦਾਲੇ ਅਸੀਂ ਫਲਦਾਰ ਬੂਟੇ ਹੀ ਲਾ ਲਈਏ, ਕਿਉਂਕਿ ਪਹਿਲਾਂ ਮੇਰੇ ਵੀ ਨਹੀਂ ਲੱਗੇ ਸੀ, ਮੈਂ ਕਿਸੇ ਨੂੰ ਕੀ ਕਹਿਣਾ, ਮੈਂ ਵੀ ਉਸੇ ਕੈਟਾਗਰੀ 'ਚ ਸੀਗਾ। 2 4 5 ਸਾਲ ਚੰਗੇ ਲੋਕਾਂ ਦੀ ਸੰਗਤ ਦੇ ਵਿੱਚ ਆਏ ਤੇ ਆਪਾਂ ਇਸ ਪਾਸੇ ਨੂੰ ਤੁਰੇ, ਠੀਕ ਹੈ ਨਾ ਜੀ। ਸਾਡੇ ਮਤਲਬ ਖੇਤਾਂ ਦੇ ਦਾਲੇ ਮੋਟਰਾਂ ਦੇ ਦਾਲੇ ਹੁੰਦਾ, ਅਸੀਂ ਉੱਥੇ ਫਲਦਾਰ ਬੂਟੇ, ਛਾਂਦਾਰ ਬੂਟੇ ਲਾ ਸਕਦੇ ਹਾਂ, ਰਸਤਿਆਂ 'ਚ ਲਾ ਸਕਦੇ ਹਾਂ, ਜਿਵੇਂ ਜਾਮਣ ਦੇ ਬੂਟੇ। ਅਸੀਂ ਖੇਤ 'ਚੋਂ ਸਟਾਰਟ ਹੋ ਗਏ, ਘਰ ਦੇ ਵਿੱਚ ਸਾਡੇ ਜ਼ਹਿਰ ਮੁਕਤ ਅਸੀਂ ਆਪਦੀਆਂ ਸਬਜ਼ੀਆਂ ਕਰੀਏ, ਬਗੀਚੀਆਂ ਲਾਈਏ, ਪਿੰਡਾਂ ਦੇ ਵਿੱਚ ਅਸੀਂ ਕਰ ਸਕਦੇ ਹਾਂ ਨਾ। ਪਰ ਅਸੀਂ ਸਾਰਾ ਕੁਝ ਛੱਡ ਕੇ ਅਸੀਂ ਰੇਹੜੀ ਵਾਲੇ ਤੋਂ ਸਮਾਨ ਲੈਣ ਗਿੱਝ ਗਏ, ਨਾਲੇ ਆਰਥਿਕਤਾ ਤਬਾਹ ਹੁੰਦੀ ਹੈ, ਨਾਲੇ ਅਸੀਂ ਜ਼ਹਿਰ ਖਾ ਰਹੇ ਹਾਂ। ਪਰ ਹੁਣ ਜਿਹੜਾ ਤੇਲ ਮਹਿੰਗਾ ਹੋਣਾ, ਇਸ ਕੀ ਕਿਸਾਨਾਂ ਨੇ ਸਰੋਂ ਬਹੁਤ ਬੀਜੀ ਆ। ਹੁਣ ਕਈ ਵਾਰੀ ਮੱਛੀ ਪੱਤਨ ਚੱਟ ਕੇ ਵਾਲਾ ਸ਼ਬਦ ਵੀ ਹੈਗਾ, ਉਹਦੇ ਨਾਲ ਜਾਗਰਤਾ ਵੀ ਹੈ ਤੇ ਉਹਦੇ ਨਾਲ ਕਾਨੂੰਨ ਦਾ ਡੰਡਾ ਵੀ ਚਾਹੀਦਾ। ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਸਾਨੂੰ, ਸਾਰਿਆਂ ਨੂੰ ਇਕੱਠੇ ਹੋ ਕੇ ਆਵਾਜ਼ ਜੋੜਨੀ ਪਏਗੀ। ਰਾਜਨੀਤਿਕ ਲੋਕਾਂ ਦਾ ਇੱਕੋ ਏਜੰਡਾ, ਜੇ ਕਿਸਾਨੀ ਵਾਲਾ ਮੁੱਦਾ ਸੀ ਦਿੱਲੀ, ਜਦੋਂ ਪਹਿਲਾਂ ਕੋਈ ਇੱਧਰ ਦੀ ਝੂਠ ਮਾਰ ਕੇ ਨਿਕਲ ਜਾਂਦਾ, ਕੋਈ ਇੱਧਰ ਦੀ ਝੂਠ ਮਾਰ ਕੇ ਨਿਕਲ ਜਾਂਦਾ ਸੀ, ਮਤਲਬ ਕਿਸਾਨਾਂ ਨੂੰ ਝੂਠੇ ਕਰਕੇ ਤੇ ਕਾਨੂੰਨ ਨੂੰ ਸੱਚਾ ਕਹਿ ਰਹੇ ਸੀਗੇ। ਤੇ ਜਦੋਂ ਕਿਸਾਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਧੌਣ ਤੇ ਗੋਡਾ ਰੱਖ ਲਿਆ, ਤੇ ਉਸ ਤੋਂ ਬਾਅਦ ਉਹੀ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੀ ਹਾਂ 'ਚ ਚੋਰੀ ਕਹਿੰਦੀ ਵੀ ਸਾਨੂੰ ਵੀ ਆ ਲੈਣ ਦਿਓ, ਅਸੀਂ ਤੁਹਾਡੇ ਨਾਲ ਆ, ਕੋਈ ਫਰੀਦਕੋਟ ਆ ਕਹਿੰਦੇ, ਕੋਈ ਜਲੰਧਰ ਆ ਕਹਿੰਦੇ, ਮਤਲਬ ਡਰਦੇ ਵੀ ਨਹੀਂ ਜਾਂਦੇ ਸੀ ਪਰ ਸਪੋਰਟ ਵੀ ਕਰਦੇ ਸੀ। ਇਹੀ ਹਾਲ ਸਾਡੇ ਮੁੱਦੇ ਦਾ, ਕਿਉਂਕਿ ਸਾਡੇ ਅੱਜ ਹਸਪਤਾਲ ਧੜਾ ਭਰ ਰਹੇ ਨੇ, ਸਾਡੇ ਬੱਚੇ ਪੀੜਤ ਨੇ, ਇੱਥੋਂ ਤੱਕ ਕਿ ਸਾਡੇ ਪਸ਼ੂਆਂ ਨੂੰ ਕੈਂਸਰ ਹੋ ਗਿਆ। ਦੇਖੋ, ਜੇ ਦੁੱਧ ਮੰਨ ਲਓ, ਇੱਕ ਤਾਂ ਸਾਡੀ ਖਾਦ ਖੁਰਾਕ ਹੋ ਗਈ, ਫਿਰ ਅਸੀਂ ਦੁੱਧ ਕਹਿੰਦੇ ਵੀ ਬੱਚੇ ਨੂੰ ਦੁੱਧ ਪਿਆ ਦਿਓ ਘਰ ਦਾ, ਠੀਕ ਆ, ਉਹਦਾ ਡੁਪਲੀਕੇਟ ਆ ਰਿਹਾ ਮਾਰਕੀਟ 'ਚ। ਉਹ ਮੱਝਾਂ ਗਾਵਾਂ ਨੂੰ ਕੈਂਸਰ ਹੋ ਗਿਆ, ਘੋੜੀਆਂ ਕੁੱਤਿਆਂ ਨੂੰ ਕੈਂਸਰ ਹੋ ਗਿਆ। ਮੰਨ ਲਓ ਸਾਡੀ ਹਵਾ, ਜੇ ਮੰਨ ਲਓ ਕੋਈ ਮੀਟ ਖਾਣ ਵਾਲੇ ਉਹ ਬੱਕਰੀ ਨੂੰ ਹੋ ਗਿਆ, ਤੇ ਜਾਵਾਂਗੇ ਕਿੱਥੋਂ? ਜ਼ਹਿਰਾਂ ਹੀ ਜ਼ਹਿਰਾਂ ਮੁੜ ਘੁੜ ਕੇ ਉਹੀ ਜਿਹੜੇ ਜਰਾਸੀਨ ਐਰਾ ਵਗੈਰਾ ਸਾਰੇ ਦਾਲੇ ਰਹਿਣਗੇ। ਜੇ ਅਸੀਂ ਨਾ ਜਾਗਰੂਕ ਹੋਏ ਇਸ ਧਰਤੀ ਨੂੰ, ਜੇ ਗੁਰੂ ਸਾਹਿਬ ਦੀ ਉਹ ਬਚਨ ਨੂੰ ਨਾ ਮੰਨਿਆ, ਪਵਨ ਗੁਰੂ ਪਾਣੀ ਪਿਤਾ ਬਲਿਹਾਰੀ ਕੁਦਰਤ ਵਸਿਆ, ਤੇ ਅਸੀਂ ਦੁੱਖ ਹੀ ਪਾਵਾਂਗੇ। ਤੇ ਇਸ ਕਰਕੇ ਸਮਾਂ ਇਦੋਂ ਭਿਆਨਕ ਆਊਗਾ, ਜੇ ਹਜੇ ਵੀ ਨਾ ਸੰਭਲੇ ਤੇ ਫਿਰ ਬਸ ਫਿਰ ਤਾਂ ਰੱਬ ਹੀ ਰੱਖ ਕਹਿ ਸਕਦੇ ਹਾਂ। ਪਿਆਰੇ ਦਰਸ਼ਕੋ, ਇਹ ਸਾਰੇ ਉਹ ਮੁੱਦੇ ਨੇ ਜਿਨ੍ਹਾਂ ਬਾਰੇ ਸਾਡਾ ਸਾਰਿਆਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਇਹ ਮੁੱਦਾ ਸਿਰਫ ਤੇ ਸਿਰਫ ਇੱਕ ਚੁਣਾਵੀ ਗ੍ਰੀਨ ਮੈਨੀਫੈਸਟੋ ਤੱਕ ਮਹਿਦੂਦ ਨਹੀਂ ਹੈ। ਇਸ ਦੇ ਬਾਰੇ ਰੋਜ਼ਾਨਾ ਗੱਲ ਹੋਣੀ ਚਾਹੀਦੀ ਹੈ। ਇਸ ਦੇ ਬਾਰੇ ਚੋਣਾਂ ਤੋਂ ਪਹਿਲਾਂ, ਚੋਣਾਂ ਤੋਂ ਬਾਅਦ ਵੀ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਾਡਾ ਸਾਰਿਆਂ ਦਾ ਮੁੱਦਾ ਆ। ਖਾਸ ਤੌਰ ਤੇ ਜਿਸ ਧਰਤੀ ਦੇ ਉੱਤੇ ਆਪਾਂ ਸਾਰੇ ਰਹਿੰਦੇ ਆ, ਉਹਦਾ ਨਾਮ ਪੰਜਾਬ ਹੈ। ਪੰਜਾਬ ਆਪਣੇ ਆਪ 'ਚ ਕੁਦਰਤੀ ਨਾਮ ਹੈ, 5 ਦਰਿਆਵਾਂ ਦੀ ਧਰਤੀ ਹੈ, ਪਰ ਸਾਡੇ ਦਰਿਆਵਾਂ ਦਾ ਕੀ ਹਾਲ ਹੈ ਇਹ ਅਸੀਂ ਸਾਰੇ ਜਾਣਦੇ ਹਾਂ। ਲਗਾਤਾਰ ਸਾਡੇ ਟਿਊਬਵੈੱਲ ਵੱਧਦੇ ਜਾ ਰਹੇ ਨੇ, ਸਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਨਹਿਰੀ ਸਿਸਟਮ ਨਹੀਂ ਹੈਗਾ, ਅਤੇ ਲਗਾਤਾਰ ਜਿਹੜੇ ਦਰਿਆ ਹੈ ਨੇ ਉਹਨਾਂ ਦੇ ਕੰਢੇ ਹੋਰ ਇੰਡਸਟਰੀ ਵੀ ਆਉਂਦੀ ਜਾ ਰਹੀ ਹੈ। ਜਿਹੜੀ ਪਹਿਲਾਂ ਇੰਡਸਟਰੀ ਹੈ ਉਹਨਾਂ ਦੇ ਕੇਸ ਉਸੇ ਤਰ੍ਹਾਂ ਟ੍ਰਿਬਿਊਨਲਾਂ ਦੇ ਵਿੱਚ ਲੰਮੇ ਪਏ ਹੋਏ ਨੇ,
ਅਤੇ ਲਗਾਤਾਰ ਇਸੇ ਤਰ੍ਹਾਂ ਹੀ ਡਰੇਨਾਂ ਦੇ ਅੰਦਰ ਮਲ ਮੂਤਰ ਕੂੜਾ ਕਰਕਟ ਆਉਂਦਾ ਜਾ ਰਿਹਾ ਹੈ। ਇਹੋ ਹਾਲ ਹੈ ਕਿ ਜਦੋਂ ਅਮਬੋਹਰ ਫਾਜ਼ਿਲਕਾ ਦੀ ਗੱਲ ਕਰੀਏ ਤੇ 12 ਡਰੇਨਾਂ ਦਾ ਪਾਣੀ ਇਕੱਠਾ ਹੋ ਕੇ ਜਦੋਂ ਅੱਗੇ ਜਾਂਦਾ ਹੈ ਤੇ ਪਾਕਿਸਤਾਨ ਉਸ ਪਾਣੀ ਨੂੰ ਰੋਕ ਦਿੰਦਾ ਕਿਉਂਕਿ ਉਹ ਟ੍ਰੀਟਡ ਪਾਣੀ ਨਹੀਂ ਹੈ। ਪਾਕਿਸਤਾਨ ਕਹਿੰਦਾ ਕਿ ਅਸੀਂ ਉਸ ਪਾਣੀ ਨੂੰ ਕਿਵੇਂ ਲੈ ਲਈਏ ਅਤੇ ਉਹ ਪਾਣੀ ਉੱਥੇ ਹੀ ਜਮ੍ਹਾਂ ਹੋ ਰਿਹਾ ਅਤੇ ਇਸੇ ਕਰਕੇ ਉਸ ਖੇਤਰ ਦੇ ਵਿੱਚ ਲਗਾਤਾਰ ਬਿਮਾਰੀਆਂ ਵੱਧ ਰਹੀਆਂ। ਇਹ ਸਿਰਫ ਇੱਕ ਹਿੱਸੇ ਦੀ ਕਹਾਣੀ ਹੈ। ਜਿਵੇਂ ਕਿ ਇੱਕ ਖਾਸ ਕਹਾਣੀ ਤੁਹਾਨੂੰ ਮੈਂ ਹੋਰ ਦੱਸ ਦੇਵਾਂ, ਇਹ ਤਾਂ ਉਹਨਾਂ ਹਿੱਸਿਆਂ ਦੀ ਕਹਾਣੀ ਹੈ, ਪਰ ਉਸ ਦੇ ਵਿੱਚ ਆਪਾਂ ਸੀਚੇਵਾਲ ਪਿੰਡ ਦੀ ਉਦਾਹਰਨ ਲਈਏ ਜੋ ਸਭ ਤੋਂ ਜ਼ਿਆਦਾ ਆਪਣੇ ਆਪ ਦੇ ਵਿੱਚ ਵਿਕਸਿਤ ਪਿੰਡ ਹੈ, ਵਾਤਾਵਰਣ ਪ੍ਰਤੀ ਜਾਗਰੂਕ ਹੈ, ਪਰ ਉੱਥੇ ਵੀ ਸੀਚੇਵਾਲ ਪਿੰਡ ਕੀ ਕਰੇਗਾ, ਉੱਥੋਂ ਦੇ ਲੋਕ ਕੀ ਕਰਨਗੇ। ਉਹਨਾਂ ਨੇ ਆਪਣੇ ਪਿੰਡ ਨੂੰ ਤਾਂ ਬਿਹਤਰ ਬਣਾ ਲਿਆ, ਪਰ ਚਿੱਟੀ ਵੇਈ ਦਾ ਅਸਰ ਉਹਨਾਂ ਤੱਕ ਇਸ ਤਰ੍ਹਾਂ ਪਹੁੰਚ ਰਿਹਾ ਕਿ 2018 ਤੋਂ ਲੈ ਕੇ 2020 ਤੱਕ ਇਕੱਲੀਆਂ 23 ਮੌਤਾਂ ਕੈਂਸਰ ਦੇ ਨਾਲ ਹੀ ਹੋਈਆਂ ਨੇ। ਇੱਥੋਂ ਤੁਸੀਂ ਹਾਲਤ ਸਮਝ ਸਕਦੇ ਹੋ ਕਿ ਪੰਜਾਬ ਦੀ ਕਿੰਨੀ ਗੰਭੀਰ ਹੈ। ਇਲੈਕਸ਼ਨ ਆਉਣ ਵਾਲਾ ਹੈ, ਚੋਣਾਂ ਦੇ ਵਿੱਚ ਇਹ ਮੈਨੀਫੈਸਟੋ ਸਰਕਾਰ ਕਿੱਦਾਂ ਬਣਾਉਂਦੀ ਹੈ, ਪਾਰਟੀਆਂ ਕਿੱਦਾਂ ਬਣਾਉਂਦੀਆਂ, ਉਹ ਇੱਕ ਵੱਖਰਾ ਮਕਸਦ ਹੈ। ਪਰ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਚੰਦਬਾਜ਼ਾ, ਉਮਿੰਦਰ ਦੱਤ ਅਤੇ ਜਸਕੀਰਤ ਸਿੰਘ ਹੁਣੀ ਕਹਿ ਰਹੇ ਨੇ, ਉਹਨਾਂ ਗੱਲਾਂ ਦੇ ਉੱਤੇ ਗੌਰ ਫਰਮਾਉਣਾ ਬਹੁਤ ਜ਼ਰੂਰੀ ਹੈ। ਅੱਜ ਦੀ ਇਸ ਚਰਚਾ ਦੇ ਨਾਲ ਮੈਂ ਹਰਪ੍ਰੀਤ ਸਿੰਘ ਕਾਲੋਂ, ਤੁਸੀਂ ਵੇਖ ਰਹੇ ਸੀ ਦੀ ਅਨਮਿਊਟ। ਅਗਲੀ ਵਾਰ ਨਵੇਂ ਮੁੱਦੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਆਗਿਆ ਦਿਓ। ਸਤਿ ਸ਼੍ਰੀ ਅਕਾਲ।